ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਅਸੀਂ 11ਵੀਂ ਜਮਾਤ ਦੇ ਇਮਤਿਹਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਲੇਬਸ ਵਿੱਚੋਂ ਕੁਝ ਚੁਣਵੇਂ ਭਾਗਾਂ ਬਾਰੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਜਾਣਕਾਰੀ ਪ੍ਰੋਵਾਈਡ ਕਰਵਾਵਾਂਗੇ। ਕੁਝ ਚੁਣਵੇਂ ਭਾਗਾਂ ਬਾਰੇ ਕੁਝ ਜੋ ਸਵਾਲ ਜਵਾਬ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਸਵਾਲਾਂ ਦੀ ਕੁਝ ਜਾਣਕਾਰੀ ਹਾਸਲ ਕਰਾਂਗੇ ਅਤੇ ਤੁਹਾਨੂੰ ਭਵਿੱਖ ਦੇ ਵਿੱਚ ਇਹ ਪੇਪਰਾਂ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਮਦਦਗਾਰ ਜੋ ਵੀਡੀਓ ਹੋਏਗੀ। ਸੋ ਆਓ ਅਸੀਂ ਗੱਲ ਕਰਦੇ ਹਾਂ ਬੁਝਾਰਤਾਂ ਦੀ। ਬੁਝਾਰਤਾਂ ਕੀ ਹਨ? ਬੁਝਾਰਤ ਤੋਂ ਭਾਵ ਬੁੱਝਣਯੋਗ ਇਬਾਰਤ ਹੈ। ਇਹਦੇ ਵਿੱਚ ਸਾਡੇ ਦਿਮਾਗ ਦੀ ਜਿਹੜੀ ਕਿਤੇ ਨਾ ਕਿਤੇ ਪ੍ਰੈਕਟਿਸ ਹੁੰਦੀ ਹੈ, ਸਾਡੀ ਸਮਝ, ਸਾਡੇ ਗਿਆਨ, ਸਾਡੇ ਸ਼ਬਦ ਭੰਡਾਰ ਦੀ ਅਸੀਂ ਇਹਦੇ ਉੱਪਰ ਪਰਖ ਕਰਦੇ ਹਾਂ ਕਿ ਸਾਨੂੰ ਕਿੰਨੀ ਕੁ ਸੂਝੀ ਬੂਝੀ, ਅਸੀਂ ਕਿੰਨੇ ਕੁ ਚੁਸਤ ਚਲਾਕ ਆ, ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਲੇ ਦੁਆਲੇ ਦੀ ਕਿੰਨੀ ਕੁ ਨੌਲੇਜ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਹਿੱਤ ਰੱਖਦੇ ਹੋਏ ਜਿਹੜੀਆਂ ਬੁਝਾਰਤਾਂ ਨੇ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਸਾਨੂੰ ਸੁਣਾਇਆ ਕਰਦੇ ਸੀ ਅਤੇ ਇਹਦੇ ਰਾਹੀਂ ਸਾਡੀ ਜਿਹੜੀ ਬਹੁਤ ਸਾਰੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਸੀ ਅਤੇ ਸਾਡੀ ਸੂਝ ਬੂਝ ਵੀ ਪਹਿਲਾਂ ਨਾਲੋਂ ਦੂਣ ਚੌਗਣੀ ਹੁੰਦੀ ਸੀ। ਸੋ ਆਓ ਆਪਾਂ ਇਸ ਬਾਰੇ ਪੜ੍ਹਦੇ ਹਾਂ ਅਤੇ ਫਿਰ ਇਹਦੇ ਨਾਲ ਸੰਬੰਧਿਤ ਕੁਝ ਸਵਾਲਾਂ 'ਤੇ ਵਿਚਾਰ ਚਰਚਾ ਕਰਾਂਗੇ। ਆਓ ਆਪਾਂ ਸਭ ਤੋਂ ਪਹਿਲਾਂ ਇਸ ਬੁਝਾਰਤਾਂ ਬਾਰੇ ਹਲਕੀ ਜਿਹੀ ਜਾਣਕਾਰੀ ਪੜ੍ਹਦੇ ਹਾਂ ਕਿ ਬੁਝਾਰਤਾਂ ਵੀ ਪੰਜਾਬੀ ਲੋਕ ਕਾਵਿ ਦੀ ਇੱਕ ਵੰਨਗੀ ਹਨ। ਬੁਝਾਰਤ ਤੋਂ ਭਾਵ ਹੈ ਬੁੱਝਣਯੋਗ ਇਬਾਰਤ। ਇਹਨਾਂ ਵਿੱਚ ਜੀਵਨ ਦੇ ਕਿਸੇ ਇੱਕ ਪੱਖ ਨੂੰ ਸੂਤਰਿਕ ਸ਼ੈਲੀ, ਅੜਾਉਣੀ ਜਾਂ ਗੁੰਝਲ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੂਤਰਿਕ ਸ਼ੈਲੀ ਪਹਿਲਾਂ ਅਸੀਂ ਇਹਨੂੰ ਜੇ ਸਮਝੀਏ ਕਿ ਇਹਦੇ ਵਿੱਚ ਗੱਲ ਨੂੰ ਘੁਮਾ ਕੇ ਕਿਸੇ ਸੂਤਰ ਦੇ ਵਿੱਚ ਬੰਨ੍ਹ ਕੇ ਸਾਡੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਅੜਾਉਣੀ ਤੋਂ ਭਾਵ ਉਹਦੇ ਵਿੱਚ ਅੜਚਣਾਂ ਪਾਈਆਂ ਜਾਂਦੀਆਂ ਹਨ ਅਤੇ ਜੇਕਰ ਸਾਨੂੰ ਗੁੰਝਲਾਂ ਸੁਲਝਾਉਣੀਆਂ ਆਉਂਦੀਆਂ ਹਨ ਤਾਂ ਅਸੀਂ ਕਿਸੇ ਵੀ ਪਹੇਲੀ ਦਾ ਜਲਦੀ ਹੱਲ ਲੱਭ ਲੈਂਦੇ ਹਾਂ। ਸੋ ਜੇਕਰ ਅਸੀਂ ਬੁਝਾਰਤਾਂ ਨਾਲ ਜੁੜੇ ਰਹਿੰਦੇ ਹਾਂ ਤਾਂ ਸਾਨੂੰ ਜਿੱਥੇ ਇਹਨਾਂ ਬੁਝਾਰਤਾਂ ਨੂੰ ਬੁੱਝਣਾ ਆਉਂਦਾ ਹੈ ਉਸੇ ਤਰ੍ਹਾਂ ਸਾਨੂੰ ਸਾਡੇ ਜੀਵਨ ਦੇ ਵਿੱਚ ਜੋ ਹਾਲਾਤਾਂ ਨੇ ਪਾਈਆਂ ਹੋਈਆਂ ਬੁਝਾਰਤਾਂ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਵੀ ਬੜਾ ਸੌਖਿਆਂ ਹੱਲ ਕਰ ਲੈਂਦੇ ਹਾਂ। ਇਸ ਰਾਹੀਂ ਮਨੁੱਖੀ ਸੂਝ ਬੂਝ ਅਤੇ ਦਿਮਾਗੀ ਚੁਸਤੀ ਫੁਰਤੀ ਉਜਾਗਰ ਹੁੰਦੀ ਹੈ। ਜੇਕਰ ਗੌਰ ਨਾਲ ਵੇਖਿਆ ਜਾਵੇ ਤਾਂ ਬੁਝਾਰਤ ਦਾ ਉੱਤਰ ਵੀ ਬੁਝਾਰਤ ਵਿੱਚ ਹੀ ਛੁਪਿਆ ਹੁੰਦਾ ਹੈ। ਬੁਝਾਰਤਾਂ ਲੋਕ ਸਾਹਿਤ ਦਾ ਵਡਮੁੱਲਾ ਖਜ਼ਾਨਾ ਹੋਣ ਦੇ ਨਾਲ ਨਾਲ ਗਿਆਨ ਬੋਧ ਦਾ ਵੀ ਵੱਡਾ ਭੰਡਾਰ ਹਨ। ਬੁਝਾਰਤਾਂ ਵਿੱਚ ਇੱਕ ਵਿਅਕਤੀ ਵੱਲੋਂ ਦੂਜੇ ਨੂੰ ਸਿੱਧੇ ਤੌਰ 'ਤੇ ਪੁੱਛਿਆ ਜਾਂਦਾ ਹੈ ਅਤੇ ਸੰਬੋਧਨੀ ਸ਼ੈਲੀ ਵਿੱਚ ਵੀ। ਇਹਦੇ ਵਿੱਚ ਅਸੀਂ ਬੁਝਾਰਤ ਦੇ ਰਾਹੀਂ ਅਸੀਂ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਸ਼ਾਬਦਿਕ ਅਤੇ ਸੰਬੋਧਨਿਕ ਸ਼ੈਲੀ ਵਿੱਚ ਸਵਾਲ ਜਵਾਬ ਕਰਦਾ ਹੈ ਅਤੇ ਬੁੱਝਣ ਵਾਲੀ ਧਿਰ ਦਿਮਾਗੀ ਸੂਝ ਬੂਝ ਦੇ ਬਲਬੂਤੇ ਹੀ ਜਵਾਬ ਦਿੰਦੀ ਹੈ। ਜਦੋਂ ਕੋਈ ਸਾਹਮਣੇ ਵਾਲਾ ਸਾਨੂੰ ਬੁਝਾਰਤ ਪੁੱਛਦਾ ਹੈ ਤਾਂ ਅਸੀਂ ਆਪਣੀ ਸੂਝ ਬੂਝ ਨਾਲ ਉਸ ਦਾ ਜੋ ਜਵਾਬ ਦਿੰਦੇ ਹਾਂ। ਬੁਝਾਰਤਾਂ ਛੋਟੇ ਆਕਾਰ ਵਿੱਚ 2 ਲਾਈਨਾਂ ਵਿੱਚ ਵੀ ਹੋ ਸਕਦੀਆਂ ਹਨ ਅਤੇ ਵੱਡ ਆਕਾਰੀ ਵੀ, ਭਾਵ ਵੱਡੇ ਆਕਾਰ ਦੀਆਂ ਵੀ। ਸੋ ਆਓ ਅਸੀਂ ਕੁਝ ਉਦਾਹਰਨਾਂ ਦੇ ਤੌਰ 'ਤੇ ਬੁਝਾਰਤਾਂ ਨੂੰ ਲੈਂਦੇ ਹਾਂ। ਪਹਿਲੀ ਜਿਵੇਂ ਹੈ ਕਿ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ। ਇਹਨੂੰ ਅਸੀਂ ਜਦੋਂ ਬੁੱਝਦੇ ਹਾਂ, ਆਮ ਛੋਟੀ ਜਿਹੀ ਬੁਝਾਰਤ ਹੈ ਬਟ ਇਹਦੇ ਅਰਥ ਨੇ ਜਿਹੜੇ ਉਹ ਸਾਡੀ ਸੂਝ ਬੂਝ 'ਤੇ ਟਿਕੇ ਹੋਏ ਹਨ। ਇਹਨੂੰ ਅਸੀਂ ਸੂਈ ਧਾਗਾ ਕਹਾਂਗੇ। ਇੱਕ ਜਾਨਵਰ ਐਸਾ ਜਿਸ ਦੀ ਦੁਮ ਪਰ ਪੈਸਾ। ਹੁਣ ਐਸਾ ਕਿਹੜਾ ਜਾਨਵਰ ਹੈ ਜਿਸ ਦੀ ਦੁਮ ਵਿੱਚ ਪੈਸਾ ਹੈ? ਅਗਲੀ ਹੈ ਕਿ ਹਰੀ ਸੀ ਮਨ ਭਰੀ ਸੀ, ਮੋਤੀਆਂ ਨਾ ਜੜੀ ਸੀ, ਬਾਬਾ ਜੀ ਦੇ ਬਾਗ ਵਿੱਚ ਕੰਧ ਓਲੇ ਖੜੀ ਸੀ। ਇਹ ਵੀ ਅਸੀਂ ਬੁਝਾਰਤ ਹੀ ਹੈ। ਜੇ ਅਸੀਂ ਕਹੀਏ ਕਿ ਮੱਕੀ ਦੀ ਛੱਲੀ ਹੈ, ਉੱਪਰ ਵਾਲੇ ਪੰਛੀ ਨੂੰ ਅਸੀਂ ਮੋਰ ਵੀ ਜਾਨਵਰ ਦੇ ਵਿੱਚ ਜਿਵੇਂ ਅਸੀਂ ਗਿਣਦੇ ਹਾਂ। ਇਹਨੂੰ ਬਹੁਤ ਸਾਰੀਆਂ ਉਦਾਹਰਨਾਂ ਲੈ ਕੇ ਜਿਵੇਂ ਅਸੀਂ ਸਮਝਦੇ ਹਾਂ, ਇਹਦੇ ਨਾਲ ਸਾਡੇ ਦਿਮਾਗ ਦੀ ਜਿਹੜੀ ਪ੍ਰੈਕਟਿਸ ਹੁੰਦੀ ਹੈ। ਸੋ ਅਗਲਾ ਹੈ ਕਿ ਚੋਰ ਦਾ ਦੁਸ਼ਮਣ ਬੰਦੇ ਦਾ ਯਾਰ, ਪੀਵੇ ਇਹ ਦੁੱਧ ਮਾਰੇ ਸ਼ਿਕਾਰ। ਇਹਦੇ ਵਿੱਚ ਜਿਵੇਂ ਅਸੀਂ ਬੁੱਝਦੇ ਹਾਂ ਤਾਂ ਉਹ ਕੁੱਤੇ ਨੂੰ ਅਸੀਂ ਬੁੱਝਦੇ ਹਾਂ ਕਿ ਇਹ ਦੁੱਧ ਪੀਂਦਾ ਹੈ, ਚੋਰ ਦਾ ਦੁਸ਼ਮਣ ਹੈ, ਬੰਦੇ ਦਾ ਯਾਰ ਦੋਸਤ ਹੈ।
ਅਗਲੀ 5 ਨੰਬਰ ਬੁਝਾਰਤ ਹੈ ਕਿ ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ। ਨਦੀ ਦਾ ਇਸ਼ਨਾਨ ਕੀਤਾ ਭੰਨ ਚਰਖਾ ਖੜਾ ਕੀਤਾ ਗੋੜਿਆਂ ਨੂੰ ਅੱਗ ਲਾਈ ਪੂਣੀਆਂ ਦਾ ਧੜਾ ਕੀਤਾ। ਲਾਲ ਚੂੜੇ ਵਾਲੀਏ ਤੇਰਾ ਲਾਲ ਚੂੜਾ ਹਿੱਲਿਆ ਦਰਿਆਓਂ ਪਾਣੀ ਢਿੱਲਿਆ ਦਰਿਆਓਂ ਪਾਣੀ ਢਿੱਲਿਆ। ਇਹਦੇ ਵਿੱਚ ਅਸੀਂ ਖੂਹ ਅਤੇ ਖੂਹ ਦੀਆਂ ਟਿੰਡਾਂ ਦਾ ਜ਼ਿਕਰ ਕਰਦੇ ਹਾਂ। ਸੋ ਇਹ ਜਿਹੜੀਆਂ ਬੁਝਾਰਤਾਂ ਨੇ ਇਹ ਜਿੱਥੇ ਸਾਡੇ ਦਿਮਾਗ ਦੀ ਚੁਸਤੀ ਫੁਰਤੀ ਅਤੇ ਸਾਡੀ ਜੋ ਸਮਝ ਹੈ ਆਲੇ ਦੁਆਲੇ ਦੀ ਉਸ ਵਿੱਚੋਂ ਨਿਕਲਦੀਆਂ ਹਨ ਅਤੇ ਇਹ ਬੁਝਾਰਤਾਂ ਜਿੱਥੇ ਦਿਮਾਗ ਨੂੰ ਚੁਸਤ ਕਰਦੀਆਂ ਹਨ ਅਤੇ ਉੱਥੇ ਹੀ ਸਾਡੇ ਅੰਦਰ ਤਰੋ ਤਾਜ਼ਗੀ ਵੀ ਲੈ ਕੇ ਆਉਂਦੀਆਂ ਹਨ। ਸੋ ਅੱਗੇ ਅਸੀਂ ਨੀਚੇ ਇੱਕ ਹੋਰ ਹੈ ਕਿ ਹੇਠ ਲਿਖੇ ਕਾਵਿ ਸਤਰਾਂ ਦੇ ਆਧਾਰ 'ਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਸਤਰ ਵਿੱਚ ਦਿਓ। ਜਿਵੇਂ ਕਿ ਇੱਕ ਹੋਰ ਜਿਹੜੀ ਬੁਝਾਰਤ ਦੱਸੀ ਗਈ ਹੈ ਕਿ ਇੱਕ ਥਾਲ ਮੋਤੀਆਂ ਭਰਿਆ ਸਭ ਦੇ ਸਿਰ ਪਰ ਉਲਟਾ ਧਰਿਆ ਚਾਰੇ ਪਾਸੇ ਥਾਲ ਉਹ ਫਿਰੇ ਮੋਤੀ ਉਸ 'ਚੋਂ ਇੱਕ ਨਾ ਕਿਰੇ। ਹੁਣ ਇਹ ਹੈ ਸਾਡਾ ਰਾਤ ਵੇਲੇ ਦਾ ਚੰਦ ਤਾਰੇ ਅਤੇ ਗਗਨ ਪੂਰਾ ਜਿਹੜਾ ਇਹ ਹੀਰੇ ਮੋਤੀਆਂ ਨਾਲ ਭਰਿਆ ਹੋਇਆ ਥਾਲ ਭਾਵ ਆਕਾਸ਼ ਸਾਡੇ ਭਾਵ ਸਾਰੇ ਜੀਵਾਂ ਦੇ ਜੋ ਧਰਤੀ 'ਤੇ ਰਹਿੰਦੇ ਹਨ ਉਹਨਾਂ ਦੇ ਸਿਰ ਦੇ ਉੱਪਰ ਇਹ ਉਲਟਾ ਧਰਿਆ ਹੈ ਅਤੇ ਇਹਨਾਂ ਵਿੱਚੋਂ ਇੱਕ ਵੀ ਮੋਤੀ ਨੀਚੇ ਨਹੀਂ ਡਿੱਗਦਾ ਭਾਵ ਕੋਈ ਵੀ ਤਾਰਾ ਟੁੱਟ ਕੇ ਨੀਚੇ ਨਹੀਂ ਆਉਂਦਾ। ਸੋ ਇਹ ਕਾਦਰ ਦੀ ਕੁਦਰਤ ਨੂੰ ਸਮਝਣ ਵਾਲਾ ਬਹੁਤ ਵਧੀਆ ਇੱਕ ਬੁਝਾਰਤ ਦਾ ਨਮੂਨਾ ਹੈ ਜਿਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਹ ਕੀ ਹੋ ਸਕਦਾ ਹੈ। ਸੋ ਇਹਦੇ ਨਾਲ ਜਿੱਥੇ ਸਾਡੀ ਦਿਮਾਗੀ ਪ੍ਰੈਕਟਿਸ ਹੁੰਦੀ ਹੈ ਉੱਥੇ ਸਾਡੀ ਸੂਝ-ਬੂਝ ਦੀ ਵੀ ਪਰਖ ਹੁੰਦੀ ਹੈ। ਸੋ ਆਓ ਇਹਦੇ ਨਾਲ ਸੰਬੰਧਿਤ ਕੁਝ 4 ਸਵਾਲ ਨੇ ਉਹਨਾਂ ਨੂੰ ਪੜ੍ਹਦੇ ਹਾਂ ਕਿ ਇਹ ਕਾਵਿ ਸਤਰਾਂ ਲੋਕ ਕਾਵਿ ਦਾ ਕਿਹੜਾ ਰੂਪ ਹਨ। ਇਹ ਉੱਪਰ ਜੋ ਲਾਈਨਾਂ ਪੜ੍ਹੀਆਂ ਹਨ ਇਹਨਾਂ ਨੂੰ ਅਸੀਂ ਬੁਝਾਰਤ ਕਹਾਂਗੇ। ਮੋਤੀਆਂ ਭਰਿਆ ਥਾਲ ਕਿਸ ਨੂੰ ਕਿਹਾ ਗਿਆ ਹੈ ਜਿਹਦੇ ਵਿੱਚੋਂ ਸਮਝਣਾ ਹੋਵੇ ਅਸਮਾਨ ਨੂੰ ਆਕਾਸ਼ ਜਿਹੜਾ ਰਾਤ ਵੇਲੇ ਸਾਨੂੰ ਵਿਖਦਾ ਹੈ ਗਗਨ। ਥਾਲ ਵਿੱਚ ਕਿਹੜੇ ਮੋਤੀ ਹਨ ਤਾਰੇ। 4 ਨੰਬਰ ਸਵਾਲ ਹੈ ਕਿ ਮੋਤੀਆਂ ਭਰਿਆ ਥਾਲ ਕਿੱਥੇ ਉਲਟਾ ਧਰਿਆ ਹੈ ਸਭ ਦੇ ਸਿਰਾਂ ਦੇ ਉੱਪਰ ਉਲਟਾ ਧਰਿਆ ਹੈ। ਸੋ ਅੱਗੇ ਇਹਨਾਂ ਬੁਝਾਰਤਾਂ ਨਾਲ ਸੰਬੰਧਿਤ ਕੁਝ 2 ਤੋਂ 3 ਅੰਕਾਂ ਵਾਲੇ ਸਵਾਲ ਨੇ ਜਿਹਨੂੰ 40 ਤੋਂ 50 ਸ਼ਬਦਾਂ ਵਿੱਚ ਅਸੀਂ ਪੜ੍ਹਦੇ ਹਾਂ। ਸੋ ਆਓ ਪੜ੍ਹਦੇ ਹਾਂ ਕਿ ਬੁਝਾਰਤਾਂ ਤੋਂ ਕੀ ਭਾਵ ਹੈ। ਬੁਝਾਰਤਾਂ ਦੀਆਂ ਮੂਲ ਕਿਸਮਾਂ ਬਾਰੇ ਲਿਖੋ। ਉੱਤਰ ਹੈ ਕਿ ਬੁਝਾਰਤ ਤੋਂ ਭਾਵ ਹੈ ਬੁੱਝਣ ਵਾਲੀ ਇਬਾਰਤ ਉਹ ਲਿਖਤ ਬੋਲ ਜਿਨ੍ਹਾਂ 'ਚ ਕੋਈ ਪ੍ਰਸ਼ਨ ਕੀਤਾ ਗਿਆ ਹੋਵੇ ਅਤੇ ਉਸ ਦਾ ਉੱਤਰ ਦੱਸਣਾ ਹੋਵੇ। ਕਿਸੇ ਅਡਾਉਣੀ ਜਾਂ ਗੁੰਝਲ ਜਾਂ ਪ੍ਰਸ਼ਨ ਨੂੰ ਸੂਤਰਿਕ ਸ਼ੈਲੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਦੀਆਂ 2 ਕਿਸਮਾਂ ਹਨ ਪਦ ਰੂਪ ਭਾਵ ਕਾਵਿ ਰੂਪ ਅਤੇ ਗਦ ਰੂਪ। ਆਮ ਤੌਰ 'ਤੇ ਕਾਵਿ ਰੂਪ ਵਧੇਰੇ ਪ੍ਰਚਲਿਤ ਹੈ। ਪਦ ਰੂਪ ਅਤੇ ਗਦ ਰੂਪ ਇਸ ਦੇ 2 ਰੂਪ ਹਨ ਬੁਝਾਰਤਾਂ ਦੇ। ਸਵਾਲ ਨੰਬਰ 3 ਬੁਝਾਰਤਾਂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ। ਸੋ ਪੜ੍ਹਦੇ ਹਾਂ ਉੱਤਰ ਕਿ ਬੁਝਾਰਤਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਇਹਨਾਂ ਰਾਹੀਂ ਮਨੁੱਖੀ ਮਨ ਦੀ ਸਥਿਤੀ ਦਾ ਪਤਾ ਲੱਗਦਾ ਹੈ ਕਿ ਅਸੀਂ ਕਿਵੇਂ ਵੀ ਇਸ਼ਾਰੇ ਨੂੰ ਕਿੱਥੋਂ ਤੱਕ ਸਮਝਣ ਦੇ ਸਮਰੱਥ ਹਾਂ ਕਿਸੇ ਦੇ ਵੀ ਇਸ਼ਾਰੇ ਨੂੰ ਕਿੱਥੋਂ ਤੱਕ ਸਮਝਣ ਦੇ ਸਮਰੱਥ ਹਾਂ। ਜੀਵਨ ਦੀਆਂ ਗੁੰਝਲਾਂ ਜਾਂ ਕੋਈ ਇਸ਼ਾਰੇ ਸਮਝਣ ਲਈ ਸਾਨੂੰ ਬੁਝਾਰਤਾਂ ਬਹੁਤ ਕੁਝ ਸਿਖਾਉਂਦੀਆਂ ਹਨ। ਜਿਵੇਂ ਅਸੀਂ ਕਿਹਾ ਕਿ ਜੇਕਰ ਅਸੀਂ ਆਮ ਲੋਕਾਂ ਦੀਆਂ ਪਾਈਆਂ ਬੁਝਾਰਤਾਂ ਬੁੱਝ ਲੈਂਦੇ ਹਾਂ ਤਾਂ ਜੀਵਨ ਦੇ ਵਿੱਚ ਜਦੋਂ ਕੋਈ ਕਠਿਨਾਈ ਜਾਂ ਕੋਈ ਤਕਲੀਫ ਆਉਂਦੀ ਹੈ ਤਾਂ ਅਸੀਂ ਉਸ ਸਮੱਸਿਆ ਦਾ ਵੀ ਸਮਾਧਾਨ ਬਹੁਤ ਜਲਦੀ ਕਰ ਲੈਂਦੇ ਹਾਂ। ਅਗਲਾ ਸਵਾਲ ਹੈ ਕਿ ਬੁਝਾਰਤਾਂ ਕਿਸੇ ਸੱਭਿਆਚਾਰ ਦੇ ਸੁਹਜਮਈ ਪੱਖ ਨੂੰ ਕਿਵੇਂ ਉਜਾਗਰ ਕਰਦੀਆਂ ਹਨ। ਸੁਹਜ ਹੁੰਦਾ ਹੈ ਉਹਨਾਂ ਦੀ ਸੋਝੀ ਉਹਨਾਂ ਦਾ ਗਿਆਨ ਉਹਨਾਂ ਦੀ ਸਮਰੱਥਾ। ਉੱਤਰ ਹੈ ਕਿ ਬੁਝਾਰਤਾਂ ਕਿਸੇ ਵੀ ਸੱਭਿਆਚਾਰ ਦੇ ਸੁਹਜਮਈ ਪੱਖ ਨੂੰ ਬੜੇ ਹੀ ਰੌਚਕਮਈ ਢੰਗ ਨਾਲ ਉਜਾਗਰ ਕਰਦੀਆਂ ਹਨ। ਇਹਨਾਂ ਰਾਹੀਂ ਸੱਭਿਆਚਾਰ ਦਾ ਰਹਿਣ ਸਹਿਣ ਰਿਸ਼ਤੇ ਨਾਤੇ ਕੰਮ ਕਾਰ ਅਤੇ ਸ਼ਬਦਾਵਲੀ ਦਾ ਪਤਾ ਲੱਗਦਾ ਹੈ। ਸੰਕੇਤਕ ਹੋਣ ਕਾਰਨ ਇਹ ਬਹੁਤ ਹੀ ਰੌਚਕ ਹੁੰਦੀਆਂ ਹਨ। ਇਹਨਾਂ ਰਾਹੀਂ ਸੱਭਿਆਚਾਰਕ ਰਹਿਣ ਸਹਿਣ ਰਿਸ਼ਤੇ ਨਾਤੇ ਕੰਮ ਕਾਰ ਲੋਕਾਂ ਦੀ ਆਮ ਜੋ ਸ਼ਬਦਾਵਲੀ ਹੈ ਉਹ ਉਸ ਇਲਾਕੇ ਦੀਆਂ ਬੁਝਾਰਤਾਂ ਦੇ ਵਿੱਚ ਸਮੋਈ ਹੁੰਦੀ ਹੈ। ਸੋ ਇਹ ਸੰਕੇਤਕ ਹੋਣ ਕਾਰਨ ਮਤਲਬ ਇਹ ਸੰਕੇਤ ਕਰਦੀਆਂ ਹਨ ਵੱਖ ਵੱਖ
ਫੀਲਡ ਦੇ ਵੱਖ-ਵੱਖ ਗਿਆਨਾਂ ਬਾਰੇ। ਜਿਵੇਂ ਹੁਣ ਅਸੀਂ ਉੱਪਰ ਮਤਲਬ ਜੇ ਅਸੀਂ ਕਹੀਏ ਕਿ ਮਤਲਬ ਮੱਕੀ ਦੀ ਛੱਲੀ ਦਾ ਵੀ ਜ਼ਿਕਰ ਕੀਤਾ ਹੈ, ਸੂਈ ਧਾਗੇ ਦਾ ਵੀ ਜ਼ਿਕਰ ਕੀਤਾ ਹੈ, ਖੂਹ ਦੀਆਂ ਟਿੰਡਾਂ ਦਾ ਵੀ ਜ਼ਿਕਰ ਕੀਤਾ ਹੈ। ਇੱਥੋਂ ਪਤਾ ਲੱਗਦਾ ਕਿ ਇਹ ਸਾਡੇ ਪੰਜਾਬੀ ਕਲਚਰ ਦੇ ਵਿੱਚ ਸਮੂਹੀਆਂ ਹੋਈਆਂ ਹਨ, ਸਾਡੇ ਪੰਜਾਬੀ ਕਲਚਰ ਦੇ ਰੰਗਾਂ ਨੂੰ ਪੇਸ਼ ਕਰਦੀਆਂ ਹਨ। ਸੋ ਜੋ ਬੁਝਾਰਤਾਂ ਹਨ ਉਹ ਸਾਡੇ ਸੱਭਿਆਚਾਰ ਦੇ ਵਿੱਚੋਂ, ਸਾਡੀਆਂ ਸੱਭਿਆਚਾਰਕ ਭਾਸ਼ਾਵਾਂ ਦੇ ਵਿੱਚੋਂ ਹੀ ਨਿਕਲ ਕੇ ਆਉਂਦੀਆਂ ਹਨ ਅਤੇ ਸਾਡੀ ਮਾਤ ਭਾਸ਼ਾ ਨੂੰ, ਸਾਡੇ ਕਲਚਰ ਨੂੰ, ਸਾਡੇ ਰਹਿਣ ਸਹਿਣ ਨੂੰ ਰੀਪ੍ਰਜੈਂਟ ਕਰਦੀਆਂ ਹਨ। ਸੋ ਜੇ ਅੱਗੇ ਅਸੀਂ ਬੁਝਾਰਤਾਂ ਤੋਂ ਬਾਅਦ ਰੁੱਖ ਕਰਦੇ ਹਾਂ 11ਵੀਂ ਜਮਾਤ ਦੇ ਵਿੱਚ ਜੋ ਦੰਤ ਕਥਾਵਾਂ ਹਨ। ਦੰਤ ਕਥਾਵਾਂ ਜਿਹੜੀਆਂ ਵਿਸ਼ੇਸ਼ ਤੌਰ 'ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਉਹ ਹੈ ਪੂਰਨ ਭਗਤ, ਰਾਜਾ ਰਸਾਲੂ ਅਤੇ ਦੁੱਲਾ ਭੱਟੀ। ਇਹਨਾਂ ਦੰਤ ਕਥਾਵਾਂ ਨੂੰ ਅਸੀਂ ਅੱਗੇ ਪਹਿਲਾਂ ਪੜ੍ਹਿਆ ਹੈ ਅਤੇ ਇਹਨਾਂ ਨਾਲ ਸੰਬੰਧਿਤ ਕੁਝ ਸਵਾਲ ਜਵਾਬ ਨੇ ਜਿਨ੍ਹਾਂ ਨੂੰ ਅਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਦੰਤ ਕਥਾਵਾਂ ਹੁੰਦੀਆਂ ਕੀ ਹਨ। ਜਿਵੇਂ ਅਸੀਂ ਬੁਝਾਰਤਾਂ ਦੀ ਗੱਲ ਕੀਤੀ ਹੈ, ਆਓ ਜਾਣਦੇ ਹਾਂ ਦੰਤ ਕਥਾਵਾਂ ਬਾਰੇ। ਦੰਤ ਕਥਾਵਾਂ ਲੋਕ ਕਥਾਵਾਂ ਦੀ ਬਹੁਤ ਹੀ ਰੌਚਕ ਅਤੇ ਵਿਲੱਖਣ ਵੰਨਗੀ ਹੈ। ਇਹਨਾਂ ਨੂੰ ਦੰਦ ਕਥਾਵਾਂ ਵੀ ਕਿਹਾ ਜਾਂਦਾ ਹੈ। ਦੰਤ ਕਥਾਵਾਂ ਵਿੱਚ ਇਤਿਹਾਸ ਅਤੇ ਗਲਪ ਭਾਵ ਕਲਪਨਾ ਦਾ ਸੁਮੇਲ ਹੁੰਦਾ ਹੈ। ਜੋ ਦੰਤ ਕਥਾਵਾਂ ਹੁੰਦੀਆਂ ਹਨ ਇਹਦੇ ਵਿੱਚ ਇਤਿਹਾਸ ਦੀ ਕਿਸੇ ਘਟਨਾ ਨੂੰ ਲੈ ਕੇ ਉਸ ਨਾਲ ਕੁਝ ਕਾਲਪਨਿਕ ਗੱਲਾਂ ਨੂੰ ਜੋੜ ਕੇ ਬੜੀ ਰੌਚਕਤਾ ਦੇ ਨਾਲ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਹਦੇ ਵਿੱਚ ਇੱਕ ਨਾਇਕ ਨੂੰ ਦਿਖਾਇਆ ਜਾਂਦਾ ਹੈ ਅਤੇ ਕੁਝ ਕਿਰਦਾਰ ਖਲਨਾਇਕ ਦਿਖਾਏ ਜਾਂਦੇ ਹਨ ਅਤੇ ਜਦੋਂ ਇਹ ਕਥਾ ਪੂਰੀ ਹੁੰਦੀ ਹੈ ਇਹਦੇ ਵਿੱਚ ਜੀਵਨ ਦੀਆਂ ਘਟਨਾਵਾਂ ਨੂੰ ਕ੍ਰਮ ਅਨੁਸਾਰ ਜੋੜਿਆ ਜਾਂਦਾ ਹੈ ਅਤੇ ਇਹ ਜੋ ਦੰਤ ਕਥਾਵਾਂ ਹਨ ਵਿਅਕਤੀ ਨੂੰ ਜੀਵਨ ਦੇ ਵਿੱਚ ਸੰਘਰਸ਼ ਕਰਨ ਲਈ, ਸ਼ਕਤੀਸ਼ਾਲੀ ਬਣਨ ਲਈ, ਉਹਦੇ ਅੰਦਰ ਸੰਵੇਦਨਾ ਪ੍ਰਗਟ ਕਰਵਾਉਣ ਲਈ, ਵਿਅਕਤੀ ਦੇ ਅੰਦਰ ਜੀਣ ਦੀ ਪ੍ਰਬਲ ਇੱਛਾ ਪੈਦਾ ਕਰਨ ਲਈ ਹੀ ਇਹ ਜਿਹੜੀਆਂ ਦੰਤ ਕਥਾਵਾਂ ਨੇ ਉਹ ਜੋੜੀਆਂ ਜਾਂਦੀਆਂ ਹਨ। ਇਹਨਾਂ ਦਾ ਜੋ ਮੂਲ ਉਦੇਸ਼ ਹੁੰਦਾ ਹੈ ਉਹ ਸਾਨੂੰ ਜੀਵਨ ਸੰਘਰਸ਼ ਵਿੱਚ ਹਿੰਮਤ ਨਾਲ ਅੱਗੇ ਵਧਣ ਵੱਲ ਪ੍ਰੇਰਿਤ ਕਰਨਾ ਹੁੰਦਾ ਹੈ। ਸੋ ਆਓ ਦੰਤ ਕਥਾਵਾਂ ਬਾਰੇ ਇੱਕ ਲਾਈਨ 'ਚ ਅਸੀਂ ਜਾਣਿਆ ਹੈ ਕਿ ਇਤਿਹਾਸ ਅਤੇ ਗਲਪ ਭਾਵ ਕਲਪਨਾ ਦਾ ਸੁਮੇਲ ਹੁੰਦੀ ਹੈ। ਜੋ ਇਹ ਕਥਾਵਾਂ ਹੁੰਦੀਆਂ ਹਨ ਇਹਨਾਂ ਦੀ ਕਹਾਣੀ ਦਾ ਆਧਾਰ ਇਤਿਹਾਸ ਵਿਚਲੀ ਕੋਈ ਨਾ ਕੋਈ ਕਹਾਣੀ ਦਾ ਆਧਾਰ ਹੁੰਦਾ ਹੈ। ਦੰਤ ਕਥਾ ਦੇ ਵਿੱਚ ਜੋ ਵੀ ਅਸੀਂ ਕਿਸੇ ਕਿਰਦਾਰ ਨੂੰ, ਕਿਸੇ ਕਰੈਕਟਰ ਨੂੰ, ਕਿਸੇ ਕਹਾਣੀ ਨੂੰ ਲੈਂਦੇ ਹਾਂ ਉਹ ਇਤਿਹਾਸ ਦੀ ਕਿਸੇ ਘਟਨਾ ਨਾਲ ਜੁੜੀ ਹੁੰਦੀ ਹੈ ਅਤੇ ਉਸ ਵਿੱਚ ਕੁਝ ਕਾਲਪਨਿਕ ਤੱਥਾਂ ਨੂੰ ਮਿਲਾ ਕੇ ਉਸ ਕਹਾਣੀ ਨੂੰ ਅੱਗੇ ਤੋਰਿਆ ਜਾਂਦਾ ਹੈ। ਜੋ ਲੋਕ ਮਨਾਂ ਨੂੰ ਬਹੁਤ ਟੁੰਬਦੀ ਹੈ, ਹੌਲੀ ਹੌਲੀ ਉਸ ਉੱਤੇ ਕਲਪਨਾ ਦੀ ਛੋਹ ਵੱਧਦੀ ਜਾਂਦੀ ਹੈ ਅਤੇ ਇਹਨਾਂ ਵਿੱਚ ਕੁਝ ਵਾਧੇ ਘਾਟੇ ਵੀ ਹੁੰਦੇ ਰਹਿੰਦੇ ਹਨ। ਕਹਾਣੀ ਦੇ ਨਵੇਂ ਸਰੂਪ ਵਿੱਚ ਲੋਕਾਂ ਦੇ ਭਾਵਾਂ, ਕਲਪਨਾਵਾਂ, ਵਿਸ਼ਵਾਸਾਂ, ਆਦਰਸ਼ਾਂ ਦਾ ਪ੍ਰਗਟਾਵਾ ਸਮੋਇਆ ਹੁੰਦਾ ਹੈ। ਇਹ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਹਨ ਅਤੇ ਵਾਧੇ ਘਾਟੇ ਵੀ ਹੁੰਦੇ ਰਹਿੰਦੇ ਹਨ। ਸੋ ਜੋ ਬੱਚਿਓ ਇਹ ਮਤਲਬ ਦੰਤ ਕਥਾਵਾਂ ਹੁੰਦੀਆਂ ਹਨ ਇਹਦੇ ਵਿੱਚ ਕਲਪਨਾ ਵੀ ਹੁੰਦੀ ਹੈ, ਇਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਵੀ ਹੁੰਦਾ ਹੈ। ਆਦਰਸ਼ ਤੋਂ ਭਾਵ ਇਹਦੇ ਵਿੱਚ ਜੋ ਇੱਕ ਕਰੈਕਟਰ ਲਿਆ ਜਾਂਦਾ ਹੈ ਉਸ ਦੇ ਆਦਰਸ਼ ਗੁਣਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਹਦੇ ਵਿੱਚ ਲੋਕਾਂ ਦੇ ਵਿਸ਼ਵਾਸਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਇਹਦੇ ਵਿੱਚ ਕੁਝ ਕਲਪਨਾ ਨੂੰ ਵੀ ਮਿਕਸ ਕੀਤਾ ਜਾਂਦਾ ਹੈ। ਸੋ ਅੱਗੇ ਇਹ ਜੋ ਕਹਾਣੀਆਂ ਹਨ ਇਹ ਪੀੜ੍ਹੀ ਦਰ ਪੀੜ੍ਹੀ ਅਗਲੀ ਪੀੜ੍ਹੀ ਤੱਕ ਚੱਲਦੀਆਂ ਹਨ ਅਤੇ ਇਹਨਾਂ ਵਿੱਚ ਕੁਝ ਗੱਲਾਂ ਜੋੜ ਲਈਆਂ ਜਾਂਦੀਆਂ ਹਨ ਅਤੇ ਕੁਝ ਇਹਨਾਂ ਵਿੱਚੋਂ ਤੋੜ ਲਈਆਂ ਜਾਂਦੀਆਂ ਹਨ। ਇੱਕ ਸਮਾਂ ਸੀ, ਜੇਕਰ ਅਸੀਂ 1980 ਦੇ ਦਹਾਕਿਆਂ ਦੀ ਗੱਲ ਕਰੀਏ ਤਾਂ ਉਸ ਵੇਲੇ ਘਰਾਂ ਦੇ ਵਿੱਚ ਬਹੁਤੇ ਘਰਾਂ 'ਚ TV ਨਹੀਂ ਸੀ ਹੁੰਦੇ ਅਤੇ ਨਾ ਹੀ ਕੋਈ ਬਹੁਤੇ ਮਨੋਰੰਜਨ ਦੇ ਸਾਧਨ ਸੀ। ਉਸ ਸਮੇਂ ਘਰ ਦੇ ਬਜ਼ੁਰਗ ਇਹਨਾਂ ਕਹਾਣੀਆਂ ਨੂੰ ਸੁਣਾ ਕੇ ਜਿਹੜੀ ਅਸੀਂ ਨੈਤਿਕ ਸਿੱਖਿਆ ਦੀ ਗੱਲ ਕਰਦੇ ਹਾਂ, ਆਦਰਸ਼ਾਂ ਦੀ ਗੱਲ ਕਰਦੇ ਹਾਂ, ਆਤਮ ਬਲ ਦੀ ਗੱਲ ਕਰਦੇ ਹਾਂ, ਇਹਨਾਂ ਦੰਤ ਕਥਾਵਾਂ ਰਾਹੀਂ ਸਾਡੇ ਬਜ਼ੁਰਗ ਜਿਹੜੇ ਸਾਨੂੰ ਪੀੜ੍ਹੀ ਦਰ ਪੀੜ੍ਹੀ ਇਹ ਕਹਾਣੀਆਂ ਸੁਣਾਉਂਦੇ ਆਏ। ਪਰ ਅੱਜ ਦਾ 21ਵੀਂ ਸਦੀ ਹੈ, 21ਵੀਂ ਸਦੀ ਵਿੱਚ ਮੋਬਾਈਲ ਫੋਨ, TV, ਕੰਪਿਊਟਰ ਯੁੱਗ ਹੋਣ ਕਰਕੇ ਇਹ ਜਿਹੜੀਆਂ ਕਥਾਵਾਂ ਨੇ ਅਤੇ ਕਹਾਣੀਆਂ ਨੇ ਉਹ ਕਿਤੇ ਨਾ ਕਿਤੇ ਪਛੜਦੀਆਂ ਜਾ ਰਹੀਆਂ ਹਨ। ਆਧੁਨਿਕ ਪੀੜ੍ਹੀ ਨੂੰ ਇਹਨਾਂ ਦੰਤ ਕਥਾਵਾਂ ਬਾਰੇ, ਇਹਨਾਂ ਕਹਾਣੀਆਂ ਬਾਰੇ ਜਾਣਕਾਰੀ ਦੇਣ ਲਈ ਇਹ ਜਿਹੜੀਆਂ ਕਥਾਵਾਂ ਨੇ ਤੁਹਾਡੇ ਪਾਠਕ੍ਰਮ ਦੇ ਵਿੱਚ ਤੁਹਾਨੂੰ ਲਗਾਈਆਂ ਗਈਆਂ ਹਨ। ਆਓ ਪੜ੍ਹਦੇ ਹਾਂ ਕਿ ਹਰ ਯੁੱਗ ਵਿੱਚ ਲੋਕ ਰੁਚੀਆਂ ਅਨੁਸਾਰ ਦੰਤ ਕਥਾਵਾਂ ਬਣਦੀਆਂ ਅਤੇ ਬਣੀਆਂ ਹਨ। ਜਿਵੇਂ ਜੋਗ ਮੱਤ ਦੇ ਪ੍ਰਭਾਵ ਕਾਰਨ ਗੋਰਖਨਾਥ, ਜਦੋਂ ਨਾਥਾਂ ਜੋਗੀਆਂ ਦਾ ਸਮਾਂ ਸੀ ਉਸ ਸਮੇਂ
ਗੋਰਖਨਾਥ ਜੀ, ਭਰਥਰੀ ਹਰੀ, ਪੂਰਨ ਭਗਤ ਅਤੇ ਵੀਰ ਭਾਵਨਾਵਾਂ ਨਾਲ ਸੰਬੰਧਿਤ ਕਥਾਵਾਂ ਜਿਵੇਂ ਕਿ ਰਾਜਾ ਰਸਾਲੂ, ਦੁੱਲਾ ਭੱਟੀ ਮਿਲਦੀਆਂ ਹਨ। ਸੋ ਬੱਚਿਓ, ਜੇਕਰ ਨਾਥਾਂ ਜੋਗੀਆਂ ਦੇ ਸਮੇਂ ਵਿੱਚ ਅਸੀਂ ਝਾਤ ਮਾਰੀਏ ਤਾਂ ਉਸ ਸਮੇਂ ਨਾਥਾਂ ਜੋਗੀਆਂ ਦਾ ਜੋ ਸਮਾਂ ਸੀ, ਉਹਨਾਂ ਦੇ ਆਦਰਸ਼ਾਂ ਨੂੰ ਪੇਸ਼ ਕਰਨ ਲਈ, ਉਹਨਾਂ ਦੇ ਜੀਵਨ ਦੀ ਕਹਾਣੀ ਨੂੰ ਸਾਡੇ ਅੱਗੇ ਰੱਖਣ ਲਈ ਇਹ ਜਿਹੜੀਆਂ ਗੋਰਖਨਾਥ ਦੀ ਕਥਾ, ਭਰਥਰੀ ਹਰੀ ਅਤੇ ਪੂਰਨ ਭਗਤ ਦੀ ਕਥਾ, ਜਿਨ੍ਹਾਂ ਦੇ ਵਿੱਚ ਆਦਰਸ਼ ਗੁਣਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਅਤੇ ਉਸ ਤੋਂ ਬਾਅਦ ਦੇ ਸਮੇਂ ਨੂੰ ਜੇਕਰ ਅਸੀਂ ਯਾਦ ਕਰੀਏ, ਜਦੋਂ ਵੀਰ ਅਸੀਂ ਸਾਹਿਤ ਜਾਂ ਯੁੱਗ ਸੀਗਾ, ਉਸ ਸਮੇਂ ਰਾਜਾ ਰਸਾਲੂ ਅਤੇ ਦੁੱਲਾ ਭੱਟੀ ਵਰਗੀਆਂ ਜਿਹੜੀਆਂ ਦੰਤ ਕਥਾਵਾਂ ਨੇ, ਉਹ ਸਾਡੀ ਪੀੜ੍ਹੀ ਦੇ ਵਿੱਚ ਆਈਆਂ, ਜਾਂ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਆਈਆਂ, ਜਾਂ ਸਾਡੇ ਲੋਕ ਮਨਾਂ ਦੇ ਵਿੱਚ ਜਿਹੜੇ ਇਹ ਕਿਰਦਾਰ ਉੱਭਰੇ, ਅਤੇ ਇਹਨਾਂ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਸਿੱਖਿਆ ਮਿਲਦੀ ਗਈ। ਅਤੇ ਅੱਜ ਦੇ ਯੁੱਗ ਵਿੱਚ ਵੀ ਅਸੀਂ ਇਹਨਾਂ ਦੰਤ ਕਥਾਵਾਂ ਨੂੰ ਪੜ੍ਹ ਕੇ ਇਹਨਾਂ ਤੋਂ ਨੈਤਿਕ ਪ੍ਰੇਰਨਾ ਲੈਂਦੇ ਹਾਂ। ਜੇ ਅਸੀਂ ਪੜ੍ਹੀਏ ਅੱਗੇ, ਕਹਿੰਦਾ ਪੰਜਾਬੀ ਵਿੱਚ ਜ਼ਿਆਦਾਤਰ ਉਹ ਦੰਤ ਕਥਾਵਾਂ ਹਰਮਨ ਪਿਆਰੀਆਂ ਰਹੀਆਂ ਹਨ ਜਿਨ੍ਹਾਂ ਦੇ ਨਾਇਕਾਂ ਵਿੱਚ ਭਰਪੂਰ ਜੀਵਨ ਸ਼ਕਤੀ, ਜਿਹੜੀਆਂ ਕਥਾਵਾਂ ਦੇ ਨਾਇਕ ਜੀਵਨ ਸ਼ਕਤੀ ਵਾਲੇ ਸਨ, ਜਿਨ੍ਹਾਂ ਨੇ ਸੰਘਰਸ਼ ਕੀਤਾ, ਜੀਵਨ ਪ੍ਰੇਮ, ਜਿਨ੍ਹਾਂ ਨੂੰ ਜੀਵਨ ਨਾਲ ਪ੍ਰੇਮ ਸੀ, ਸੰਜਮ ਸੀ, ਜਿਨ੍ਹਾਂ ਦੇ ਅੰਦਰ ਸੰਜਮਤਾ ਸੀ, ਸਾਹਸ ਸੀ, ਕੁਝ ਕਰ ਗੁਜ਼ਰਨ ਦੀ ਇੱਛਾ ਸੀ, ਅਣਖ ਸੀ ਅਤੇ ਵੀਰਤਾ ਜਿਹੇ ਗੁਣਾਂ ਦਾ ਸੁਮੇਲ ਹੋਵੇ। ਕਹਿੰਦੇ ਸਮਾਜ ਉਹਨਾਂ ਹੀ ਦੰਤ ਕਥਾਵਾਂ ਨੂੰ ਸਵੀਕਾਰ ਕਰਦਾ ਹੈ ਜਿਨ੍ਹਾਂ ਵਿੱਚ ਸਾਨੂੰ ਜੀਵਨ ਜੀਣ ਦੀ ਇੱਛਾ ਹੋਵੇ, ਜੀਵਨ ਪ੍ਰਤੀ ਸਾਡੇ ਮਨ 'ਚ ਪ੍ਰੇਮ ਪੈਦਾ ਹੋਵੇ, ਸਾਡੇ ਅੰਦਰ ਸੰਜਮ ਪੈਦਾ ਹੋਵੇ, ਸਾਡੇ ਅੰਦਰ ਸਾਹਸ ਪੈਦਾ ਹੋਵੇ, ਸਾਡੇ ਅੰਦਰ ਅਣਖ ਅਤੇ ਵੀਰਤਾ ਜਿਹੇ ਗੁਣ ਪੈਦਾ ਹੋਣ। ਜਿਹੜੀਆਂ ਦੰਤ ਕਥਾਵਾਂ ਵਿੱਚ ਇਹ ਸਾਰੀਆਂ ਚੀਜ਼ਾਂ ਅੰਸ਼ਕ ਰੂਪ ਵਿੱਚ ਵੀ ਸਮਾਈਆਂ ਹੋਈਆਂ ਹਨ, ਉਹਨਾਂ ਦੰਤ ਕਥਾਵਾਂ ਨੂੰ ਹੀ ਜੋ ਲੋਕ ਹਨ ਉਹ ਪ੍ਰੇਮ ਕਰਦੇ ਹਨ ਅਤੇ ਪੜ੍ਹਦੇ ਹਨ, ਅਤੇ ਅੱਗੇ ਉਹਨਾਂ ਨੂੰ ਆਪਣੀ ਅਗਲੀ ਪੀੜ੍ਹੀ ਤੱਕ ਲੈ ਕੇ ਜਾਂਦੇ ਹਨ। ਸੋ ਆਪ ਜੀ ਦੇ ਪਾਠ ਕ੍ਰਮ ਦੇ ਵਿੱਚ ਇਹ 3 ਜਿਹੜੀਆਂ ਦੰਤ ਕਥਾਵਾਂ ਦਿੱਤੀਆਂ ਗਈਆਂ ਹਨ। ਇਹ ਦੰਤ ਕਥਾਵਾਂ ਨੂੰ ਆਪਾਂ ਉੱਪਰ ਪੜ੍ਹਿਆ ਵੀ ਹੈ, ਪਰ ਆਓ ਅਸੀਂ ਇਹਨਾਂ ਦੰਤ ਕਥਾਵਾਂ ਦੇ ਨਾਲ ਸੰਬੰਧਿਤ ਜੋ ਸਵਾਲ ਜਵਾਬ ਨੇ ਉਹਨਾਂ ਨੂੰ ਪੜ੍ਹਦੇ ਹਾਂ। ਕਿ ਅਸੀਂ ਪਹਿਲਾਂ ਉੱਪਰ ਜਿਹੜੀ ਪੂਰਨ ਭਗਤੀ ਜੀ ਦੀ ਦੰਤ ਕਥਾ ਨਾਲ ਸੰਬੰਧਿਤ ਜਿਹੜੇ ਸਵਾਲ ਨੇ ਉਹਨਾਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਚਰਚਾ ਕਰਦੇ ਹਾਂ। ਪਹਿਲਾ ਜੋ ਸਵਾਲ ਹੈ ਪੂਰਨ ਭਗਤੀ ਦੀ ਕਥਾ ਦੇ ਵਿੱਚ, ਸੋ ਆਪਾਂ ਚੈਨਲ ਦੇ ਉੱਪਰ ਇਹ ਤਿੰਨੇ ਦੰਤ ਕਥਾਵਾਂ ਨੂੰ ਸਟੋਰੀ ਦੇ ਹਿਸਾਬ ਨਾਲ ਸਿਰਫ ਇਕੱਲੀ ਦੰਤ ਕਥਾ ਨੂੰ ਪੜ੍ਹ ਕੇ ਉਹਦੀ ਵਿਆਖਿਆ ਕੀਤੀ ਹੈ। ਇਸ ਵੀਡੀਓ ਵਿੱਚ ਆਪਾਂ ਉਹਨਾਂ ਦੰਤ ਕਥਾਵਾਂ ਨਾਲ ਸੰਬੰਧਿਤ ਸਵਾਲਾਂ ਨੂੰ ਹੱਲ ਕਰਦੇ ਹਾਂ। ਆਓ ਜਾਣਦੇ ਹਾਂ ਪਹਿਲਾ ਸਵਾਲ ਕਿ ਰਾਜੇ ਸਲਵਾਨ ਨੇ ਆਪਣੇ ਪੁੱਤਰ ਨੂੰ ਭੋਰੇ ਵਿੱਚ ਰੱਖਣ ਦਾ ਹੁਕਮ ਕਿਉਂ ਦਿੱਤਾ? ਉੱਤਰ ਹੈ, ਰਾਜੇ ਨੇ ਇਹ ਹੁਕਮ ਇਸ ਲਈ ਦਿੱਤਾ ਸੀ ਕਿਉਂਕਿ ਉਸ ਦੇ ਪੁੱਤਰ ਦੇ ਜਨਮ ਸਮੇਂ ਹੀ ਜੋਤਸ਼ੀਆਂ ਨੇ ਉਸ ਨੂੰ ਇਹ ਵਹਿਮ ਪਾ ਦਿੱਤਾ ਸੀ ਕਿ 12 ਸਾਲ ਤੱਕ ਇਸ ਦੇ ਮੱਥੇ ਲੱਗਣਾ ਤੇਰੇ ਲਈ ਅਸ਼ੁਭ ਹੈ। ਸੋ ਇਹ ਪੂਰਨ ਭਗਤ ਦੇ ਜੀਵਨ ਨਾਲ ਸੰਬੰਧਿਤ ਬੇਟਾ ਕਹਾਣੀ ਹੈ ਅਤੇ ਉਹਦਾ ਇਹ ਪਹਿਲਾ ਸਵਾਲ ਸੀ। ਸੋ ਆਓ ਇਸੇ ਦੰਤ ਕਥਾ ਦਾ ਅਗਲਾ ਸਵਾਲ ਪੜ੍ਹਦੇ ਹਾਂ। ਲੂਣਾ ਨੇ ਪੂਰਨ 'ਤੇ ਝੂਠੀ ਤੂਹਮਤ ਕਿਉਂ ਲਾਈ? ਹੁਣ ਜਿਹੜਾ ਪੂਰਨ ਭਗਤ ਉਸ ਦੇ ਰਾਜੇ ਸਲਵਾਨ ਦਾ ਪੁੱਤਰ ਸੀ ਅਤੇ ਉਸ ਦੀਆਂ 2 ਪਤਨੀਆਂ ਸਨ, ਇੱਕ ਇੱਛਰਾਂ ਅਤੇ ਦੂਸਰੀ ਲੂਣਾ। ਲੂਣਾ ਉਸ ਦੀ ਮਤਰੇਈ ਮਾਂ ਹੈ ਅਤੇ ਇੱਛਰਾਂ ਉਸ ਦੀ ਸਕੀ ਮਾਂ ਹੈ। 12 ਸਾਲ ਦੀ ਕੈਦ ਕੱਟਣ ਤੋਂ ਬਾਅਦ ਜਦੋਂ ਪੂਰਨ ਭਗਤ ਭੋਰੇ 'ਚੋਂ ਬਾਹਰ ਆਉਂਦਾ ਹੈ, ਲੂਣਾ ਮਾਂ ਨੂੰ ਮਿਲਣ ਜਾਂਦਾ ਹੈ ਆਪਣੇ ਪਿਤਾ ਦੇ ਕਹਿਣ 'ਤੇ, ਤਾਂ ਉਸ ਨੇ ਉਸ 'ਤੇ ਕਿਹੜੀ ਤੂਹਮਤ ਲਾਤੀ ਸੀ, ਉਹ ਇਹ ਸਵਾਲ ਹੈ। ਲੂਣਾ ਨੇ ਪੂਰਨ 'ਤੇ ਝੂਠੀ ਤੂਹਮਤ ਕਿਉਂ ਲਾਈ? ਉੱਤਰ ਹੈ, ਲੂਣਾ ਨੇ ਪੂਰਨ 'ਤੇ ਝੂਠੀ ਤੂਹਮਤ ਇਸ ਲਈ ਲਾਈ ਕਿਉਂਕਿ ਪੂਰਨ ਨੇ ਉਸ ਨੂੰ ਪ੍ਰੇਮਿਕਾ ਵਜੋਂ ਸਵੀਕਾਰ ਨਾ ਕੀਤਾ। ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੂੰ ਸਜ਼ਾ ਦੇਣਾ ਚਾਹੁੰਦੀ ਸੀ। ਉਹ ਜਦੋਂ ਉਸ ਕੋਲ ਗਿਆ ਤਾਂ ਕਿਹਾ ਜਾਂਦਾ ਹੈ ਕਥਾ ਅਨੁਸਾਰ ਕਿ ਉਸ ਦੀ ਮਾਂ ਉਸ ਦੇ ਖੂਬਸੂਰਤ ਹੋਣ 'ਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਮੇਰੇ ਪੁੱਤਰ ਦੇ ਰੂਪ ਵਿੱਚ ਨਾ, ਇੱਕ ਪ੍ਰੇਮੀ ਦੇ ਰੂਪ ਵਿੱਚ ਮਿਲ। ਅਤੇ ਉਸ ਨੇ ਇਸ ਚੀਜ਼ ਤੋਂ ਇਨਕਾਰ ਕੀਤਾ ਅਤੇ ਲੂਣਾ ਨੂੰ ਬੜਾ ਗੁੱਸਾ ਆਇਆ ਤਾਂ ਉਸਨੇ ਉਸ 'ਤੇ ਝੂਠੀ ਤੂਹਮਤ ਲਾ ਦਿੱਤੀ ਕਿ ਇਹ ਮੈਨੂੰ ਮਾਂ ਦੇ ਰੂਪ ਵਿੱਚ ਨਹੀਂ ਸੀ ਦੇਖਣਾ ਚਾਹੁੰਦਾ ਅਤੇ ਇਹ ਮੈਨੂੰ ਇੱਕ ਪ੍ਰੇਮਿਕਾ ਦੇ ਰੂਪ ਵਿੱਚ ਸਵੀਕਾਰ ਕਰਦਾ ਸੀ। ਇਸ ਕਰਕੇ ਉਸਨੇ ਉਸ 'ਤੇ
ਇੱਕ ਝੂਠੀ ਤੁਹਮਤ ਲਾਈ ਸੀ ਰਾਜੇ ਦੇ ਸਾਹਮਣੇ ਕਿ ਇਸ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ। ਸੋ ਉਸ ਘਟਨਾ ਤੋਂ ਬਾਅਦ ਫਿਰ ਰਾਜੇ ਸਲਵਾਨ ਨੇ ਪੂਰਨ ਨੂੰ ਇੱਕ ਸਜ਼ਾ ਦਿੱਤੀ ਸੀ। ਉਹ ਆਓ ਪ੍ਰਸ਼ਨ ਦੇ ਵਿੱਚ ਅੱਗੇ ਪੜ੍ਹਦੇ ਹਾਂ। ਸਵਾਲ ਨੰਬਰ 3, ਪੂਰਨ ਗੋਰਖਨਾਥ ਦੇ ਸੰਪਰਕ ਵਿੱਚ ਕਿਵੇਂ ਆਇਆ? ਉੱਤਰ ਹੈ ਕਿ ਜਿਹੜੇ ਖੂਹ 'ਚ ਪੂਰਨ ਨੂੰ ਹੱਥ ਪੈਰ ਵੱਢ ਕੇ ਸੁੱਟਿਆ ਗਿਆ ਸੀ, ਗੋਰਖਨਾਥ ਦੀ ਟੋਲੀ ਉੱਥੋਂ ਲੰਘੀ ਤਾਂ ਉਹਨਾਂ ਨੂੰ ਪੂਰਨ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਅਤੇ ਉਸ ਦੀ ਸੱਚਾਈ 'ਤੇ ਖੁਸ਼ ਹੋ ਕੇ ਉਸ ਨੂੰ ਠੀਕ ਕੀਤਾ। ਸੋ ਬੱਚੋ, ਜਦੋਂ ਲੂਣਾ ਨੇ ਇਸ 'ਤੇ ਦੋਸ਼ ਲਾਇਆ ਤਾਂ ਰਾਜੇ ਸਲਵਾਨ ਨੇ ਹੁਕਮ ਦਿੱਤਾ ਕਿ ਇਸ ਨੂੰ ਮਾਰ ਦਿਓ, ਪਰ ਜਲਾਦਾਂ ਨੇ ਉਸ ਦੇ ਹੱਥ ਪੈਰ ਕੱਟ ਕੇ ਦੂਰ ਉਸ ਨੂੰ ਜੰਗਲ ਵਿੱਚ ਇੱਕ ਖੂਹ ਵਿੱਚ ਸੁੱਟ ਦਿੱਤਾ ਅਤੇ ਉਸ ਦੇ ਖੂਨ ਨਾਲ ਭਿੱਜੇ ਹੋਏ ਕੱਪੜੇ ਰਾਜੇ ਨੂੰ ਵਿਖਾ ਦਿੱਤੇ ਕਿ ਅਸੀਂ ਪੂਰਨ ਨੂੰ ਮਾਰ ਦਿੱਤਾ ਹੈ। ਸੋ ਕਿਹਾ ਜਾਂਦਾ ਹੈ ਕਿ ਉੱਥੋਂ ਫਿਰ ਗੋਰਖਨਾਥ ਜੀ ਲੰਘ ਰਹੇ ਸਨ। ਉਹਨਾਂ ਨੇ ਜਦੋਂ ਖੂਹ ਵਿੱਚੋਂ ਪੂਰਨ ਦੀ ਆਵਾਜ਼ ਸੁਣੀ ਅਤੇ ਉਸ ਨੂੰ ਜਾ ਕੇ ਕੁਝ ਸਵਾਲ ਪੁੱਛੇ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਤੂੰ ਸੱਚਾ ਹੋਇਆ ਤਾਂ ਇਹ ਇੱਕ ਧਾਗੇ ਨੂੰ ਫੜ ਕੇ ਤੂੰ ਬਾਹਰ ਆ ਜਾਵੇਂਗਾ। ਅਤੇ ਹੋਇਆ ਇੰਝ, ਪੂਰਨ ਨੇ ਗੋਰਖਨਾਥ ਜੀ ਦੁਆਰਾ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਸਹੀ ਦਿੱਤੇ ਅਤੇ ਫਿਰ ਉੱਥੋਂ ਉਹ ਪੂਰਨ ਨੂੰ ਉਹਨਾਂ ਨੇ ਖੂਹ ਵਿੱਚੋਂ ਬਾਹਰ ਕੱਢ ਲਿਆ। ਉਸ ਸਮੇਂ ਜਿਹੜਾ ਪੂਰਨ ਭਗਤ ਹੈ ਖੂਹ ਦੇ ਵਿੱਚੋਂ ਅਤੇ ਗੋਰਖਨਾਥ ਜੀ ਦੇ ਉੱਥੋਂ ਲੰਘਣ 'ਤੇ ਉਹਨਾਂ ਦੇ ਸੰਪਰਕ ਵਿੱਚ ਆਇਆ। ਸਵਾਲ ਨੰਬਰ 4, ਸੁੰਦਰਾ ਕੌਣ ਸੀ? ਉਸ ਦਾ ਪੂਰਨ ਨਾਲ ਸੰਪਰਕ ਕਿਵੇਂ ਹੋਇਆ? ਸੁੰਦਰਾ ਮਹਿਲਾਂ ਵਿੱਚ ਰਹਿਣ ਵਾਲੀ ਰਾਣੀ ਸੀ। ਉਸ ਦਾ ਪੂਰਨ ਨਾਲ ਸੰਪਰਕ ਉਸ ਸਮੇਂ ਹੋਇਆ ਜਦੋਂ ਉਹ ਨਗਰ ਵਿੱਚ ਭਿੱਖਿਆ ਲੈਣ ਲਈ ਗਿਆ ਸੀ। ਉਸ ਦੇ ਮਹਿਲਾਂ ਵਿੱਚ ਪੁੱਜਾ ਸੀ। ਉਹ ਉਸ ਦੀ ਸੂਰਤ ਵੇਖ ਕੇ ਮੋਹਿਤ ਹੋ ਗਈ। ਹੁਣ ਬੱਚਿਓ, ਕਿਹਾ ਜਾਂਦਾ ਹੈ ਕਿ ਜਦੋਂ ਪੂਰਨ ਭਗਤ ਗੋਰਖਨਾਥ ਜੀ ਦੇ ਕੋਲ ਉਹਨਾਂ ਦੇ ਟਿੱਲੇ 'ਤੇ ਰਹਿੰਦਾ ਹੈ ਅਤੇ ਆਮ ਭਗਤਾਂ ਦੀ ਤਰ੍ਹਾਂ ਉਹ ਭਿੱਖਿਆ ਮੰਗਣ ਲਈ ਜਦੋਂ ਸੁੰਦਰਾ ਰਾਣੀ ਦੇ ਮਹਿਲਾਂ ਵੱਲ ਜਾਂਦਾ ਹੈ ਅਤੇ ਸੁੰਦਰਾ ਉਸ ਦੀ ਖੂਬਸੂਰਤੀ ਨੂੰ ਦੇਖ ਕੇ ਉਸ 'ਤੇ ਮੋਹਿਤ ਹੋ ਜਾਂਦੀ ਹੈ ਅਤੇ ਉਹ ਫਿਰ ਜਿਹੜੀ ਸੁੰਦਰਾ ਹੈ ਉਸ ਨੂੰ ਮੋਤੀਆਂ ਦਾ ਭਰਿਆ ਇੱਕ ਥਾਲ ਦਿੰਦੀ ਹੈ ਅਤੇ ਉਹ ਮੋਤੀ ਹੀਰੇ ਲੈ ਕੇ ਗੋਰਖਨਾਥ ਜੀ ਕੋਲ ਆਉਂਦਾ। ਗੋਰਖਨਾਥ ਜੀ ਕਹਿੰਦੇ, ਭਾਈ ਆਪਾਂ ਨੂੰ ਭੋਜਨ ਚਾਹੀਦਾ, ਆਪਾਂ ਹੀਰੇ ਮੋਤੀਆਂ ਤੋਂ ਕੀ ਕਰਨਾ ਹੈ? ਅਤੇ ਉਹ ਫਿਰ ਜਦੋਂ ਪੂਰਨ ਭਗਤ ਉੱਥੇ ਲੈ ਕੇ ਜਾਂਦਾ ਹੈ ਹੀਰੇ ਮੋਤੀ ਅਤੇ ਕਹਿੰਦਾ ਹੈ ਕਿ ਸਾਨੂੰ ਤਾਂ ਭੋਜਨ ਦੀ ਜ਼ਰੂਰਤ ਹੈ, ਤਾਂ ਕਿਹਾ ਜਾਂਦਾ ਹੈ ਕਿ ਸੁੰਦਰਾ ਫਿਰ ਉੱਥੇ ਆਪਣੇ ਹੱਥੀਂ 37 ਪ੍ਰਕਾਰ ਦਾ ਭੋਜਨ ਤਿਆਰ ਕਰਕੇ ਲੈ ਕੇ ਆਈ ਅਤੇ ਪੂਰਨ ਦੇ ਟਿੱਲੇ 'ਤੇ ਆ ਕੇ ਉਸਨੇ ਇਹ ਡਿਮਾਂਡ ਕੀਤੀ ਕਿ ਤੁਸੀਂ ਭੋਜਨ ਛਕੋ। ਅਤੇ ਉਸ ਤੋਂ ਬਾਅਦ ਪੂਰਨ ਜੀ ਨੂੰ ਉਸ ਦੀ ਪਾਉਣ ਦੀ ਇੱਛਾ ਸੀ ਮਨ ਦੇ ਅੰਦਰ, ਅਤੇ ਉਹ ਭੋਜਨ ਤੋਂ ਖੁਸ਼ ਹੋ ਕੇ ਗੋਰਖਨਾਥ ਜੀ ਨੇ ਕਿਹਾ, ਭਾਈ ਤੁਸੀਂ ਮੰਗੋ, ਕੀ ਮੰਗਦੇ ਹੋ? ਤਾਂ ਉਸਨੇ ਕਿਹਾ ਕਿ ਮੈਨੂੰ ਇਹ ਜੋ ਭਗਤ ਹੈ ਪੂਰਨ ਦੇ ਦਿਓ। ਅਤੇ ਗੋਰਖਨਾਥ ਜੀ ਨੇ ਕਿਹਾ, ਭਾਈ ਤੂੰ ਸਾਧੂਆਂ 'ਚ ਕੀ ਕਰਦਾ, ਤੂੰ ਜਾ ਰਾਣੀ ਸੁੰਦਰਾ ਦੇ ਨਾਲ ਮਹਿਲਾਂ ਦੇ ਵਿੱਚ ਸ਼ਾਦੀ ਕਰਕੇ ਰਹਿ। ਅਤੇ ਕਿਹਾ ਜਾਂਦਾ ਹੈ ਕਿ ਪੂਰਨ ਦਾ ਉੱਥੇ ਵੀ ਮਨ ਨਹੀਂ ਸੀ ਲੱਗਿਆ ਅਤੇ ਫਿਰ ਉਹ ਰਾਣੀ ਸੁੰਦਰਾ ਅਤੇ ਉਸਦੇ ਮਹਿਲਾਂ ਨੂੰ ਛੱਡ ਕੇ ਫਿਰ ਤੋਂ ਟਿੱਲੇ 'ਤੇ ਵਾਪਸ ਪਰਤ ਆਇਆ ਸੀ। ਅਗਲਾ ਸਵਾਲ ਹੈ, ਲੂਣਾ ਨੇ ਆਪਣੇ ਗੁਨਾਹ ਦਾ ਇਕਬਾਲ ਕਦੋਂ ਅਤੇ ਕਿਵੇਂ ਕੀਤਾ? ਜਦੋਂ ਉਹ ਰਾਜੇ ਨਾਲ ਸਿਆਲਕੋਟ ਆਏ ਹੋਏ ਪੂਰਨ ਭਗਤ ਦੇ ਦਰਸ਼ਨਾਂ ਲਈ ਗਈ ਤਾਂ ਉਸ ਨੇ ਉਸ ਤੋਂ ਪੁੱਤਰ ਦੀ ਮੰਗ ਕੀਤੀ, ਤਾਂ ਪੂਰਨ ਭਗਤ ਨੇ ਕਿਹਾ ਕਿ ਉਹਨਾਂ ਦੇ ਪਹਿਲਾਂ ਹੀ ਪੁੱਤਰ ਹੈ। ਪਹਿਲਾਂ ਤਾਂ ਉਹ ਮੁੱਕਰ ਗਈ, ਫਿਰ ਲੂਣਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਸੋ ਇਹ ਸੀਗਾ ਇਸ ਸਵਾਲ ਦਾ ਉੱਤਰ। ਅਤੇ ਜਦੋਂ ਪੂਰਨ ਭਗਤ ਬੜਾ ਮਸ਼ਹੂਰ ਹੋ ਜਾਂਦਾ ਹੈ ਇਲਾਕੇ ਦੇ ਵਿੱਚ ਤਾਂ ਫਿਰ ਉਹ ਇੱਕ ਵਾਰ ਸਿਆਲਕੋਟ ਆਪਣੇ ਹੀ ਰਿਆਸਤ ਦੇ ਵਿੱਚ ਆਉਂਦਾ ਹੈ। ਉਹ ਕਿਸੇ ਨੂੰ ਨਹੀਂ ਇਹ ਗੱਲ ਪਤਾ ਹੁੰਦੀ ਅਤੇ ਉਸ ਦੀ ਕਿਹਾ ਜਾਂਦਾ ਹੈ ਕਿ ਉੱਥੇ ਆਉਣ ਨਾਲ ਹਰੇ ਭਰੇ ਬਾਗ ਹੋ ਜਾਂਦੇ ਹਨ ਜਿਹੜੇ ਕਿਸੇ ਟਾਈਮ ਸੁੱਕੇ ਸਨ। ਅਤੇ ਜਦੋਂ ਉਸ ਦੀ ਮਾਂ ਉਸ ਨੂੰ ਇੰਨੇ ਸਾਲਾਂ ਬਾਅਦ ਜਾਂਦੀ ਹੈ, ਉਹਦੀ ਆਵਾਜ਼ ਤੋਂ ਪਹਿਚਾਣ ਲੈਂਦੀ ਆ। ਕਿਹਾ ਜਾਂਦਾ ਹੈ ਕਿ ਉਸ ਦੀ ਮਾਂ ਜਦੋਂ ਉਸ ਨੂੰ ਮਿਲੀ ਉਸ ਦੀ ਅੱਖਾਂ 'ਚ ਹੰਝੂ ਆਏ ਅਤੇ ਉਸ ਤੋਂ ਬਾਅਦ ਉਸ ਦੀ ਰੌਸ਼ਨੀ ਵੀ ਵਾਪਸ ਪਰਤ ਆਈ। ਅਤੇ ਉਸ ਨੇ ਦੇਖਿਆ ਕਿ ਜਦੋਂ ਇੱਛਰਾਂ ਦੀ ਨਿਗਾਹ ਮੁੜ ਆਈ ਤਾਂ ਜੋ ਸਿਆਲਕੋਟ ਦੇ ਰਾਜੇ ਨਾਲ ਉਸ ਦੀ ਮਾਂ ਲੂਣਾ ਵੀ ਉੱਥੇ ਗਈ ਅਤੇ ਉਸ ਨੇ ਦੁਹਾਈ ਲਾਈ ਕਿ ਮੈਨੂੰ ਪੁੱਤਰ ਦੀ ਦਾਤ ਦੇ ਦਿਓ। ਅਤੇ ਪੂਰਨ ਤਾਂ ਜਾਣਦਾ ਸੀ ਲੂਣਾ ਬਾਰੇ ਅਤੇ ਉਸਨੇ ਕਿਹਾ ਕਿ ਤੁਹਾਡੇ ਪੁੱਤਰ ਨਹੀਂ? ਉਹ ਕਹਿੰਦੇ, ਨਹੀਂ, ਸਾਡੇ ਕੋਈ ਪੁੱਤਰ ਨਹੀਂ। ਅਤੇ ਪੂਰਨ ਭਗਤ ਜੀ ਨੇ ਕਿਹਾ ਕਿ ਤੁਹਾਡੇ ਪਹਿਲਾਂ ਪੁੱਤਰ ਤਾਂ ਹੈਗਾ ਸੀ, ਬਟ ਤੁਸੀਂ ਹੁਣ ਪੁੱਤਰ ਦੀ ਦਾਤ ਕਿਉਂ ਮੰਗਦੇ ਹੋ? ਅਤੇ ਉਸ ਸਮੇਂ ਫਿਰ ਲੂਣਾ ਨੇ ਸਾਰਾ ਆਪਣਾ ਸੱਚ ਕਬੂਲਿਆ ਅਤੇ ਕਿਹਾ ਜਾਂਦਾ ਕਿ ਸਿਆਲਕੋਟ ਦੇ ਰਾਜੇ ਨੇ
ਉਸ ਨੂੰ ਕਿਹਾ ਵੀ ਕਿ ਤੂੰ ਆਪਣਾ ਰਾਜ ਭਾਗ ਸਾਂਭ ਲੈ। ਅਤੇ ਉਸਨੇ ਕਿਹਾ ਕਿ ਭਾਈ ਨਗਰ ਵਸਦੇ ਭਲੇ ਅਤੇ ਸਾਧੂ ਚੱਲਦੇ ਭਲੇ। ਕਿਹਾ ਜਾਂਦਾ ਹੈ ਕਿ ਜਿਹੜਾ ਪੂਰਨ ਭਗਤ ਆ ਆਪਣੇ ਰਾਜ ਭਾਗ ਨੂੰ ਛੱਡ ਕੇ ਫਿਰ ਉਸ ਨਗਰੀ ਵਿੱਚੋਂ ਇਹ ਸ਼ਬਦ ਕਹਿ ਕੇ ਚਲਾ ਜਾਂਦਾ ਹੈ। ਸਵਾਲ ਨੰਬਰ 6, ਪੂਰਨ ਭਗਤ ਨੇ ਰਾਜੇ ਸਲਵਾਨ ਵੱਲੋਂ ਰਾਜ ਭਾਗ ਦੇਣ ਦੀ ਪੇਸ਼ਕਸ਼ ਪ੍ਰਵਾਨ ਕਿਉਂ ਨਾ ਕੀਤੀ? ਪੂਰਨ ਜੋਗੀ ਬਣ ਗਿਆ ਸੀ। ਉਸਨੇ ਘਰ-ਬਾਰ ਨਾਲੋਂ ਮੋਹ ਤਿਆਗ ਦਿੱਤਾ ਸੀ। ਉਸ ਲਈ ਰਾਜ ਭਾਗ ਮੋਹ ਮਾਇਆ ਰਿਸ਼ਤੇਦਾਰ ਕੋਈ ਅਰਥ ਨਹੀਂ ਸਨ ਰੱਖਦੇ। ਇਸ ਲਈ ਉਸਨੇ ਪੇਸ਼ਕਸ਼ ਪ੍ਰਵਾਨ ਨਾ ਕੀਤੀ। ਉਹ ਇਹ ਸ਼ਬਦ ਕਹਿ ਕੇ ਚਲਾ ਗਿਆ ਸੀ ਕਿ ਨਗਰ ਵਸਦੇ ਭਲੇ ਅਤੇ ਸਾਧੂ ਚੱਲਦੇ ਭਲੇ, ਭਾਵ ਉਹ ਇਹ ਕਿੱਸੇ ਦੇ ਵਿੱਚ ਸਾਰੀ ਚੀਜ਼ ਦਾ ਤਿਆਗ ਕਰਨ ਵਾਲਾ ਇੱਕ ਭਗਤ ਹੈ, ਪੂਰਨ ਭਗਤ। ਸੋ ਪਿਆਰੇ ਬੱਚਿਓ, ਜਿਵੇਂ ਕਿ ਅਸੀਂ ਪ੍ਰਸ਼ਨ ਉੱਤਰਾਂ ਦੀ ਇਸ ਵੀਡੀਓ ਦੇ ਵਿੱਚ ਸਵਾਲ ਦੇ ਸੰਬੰਧ ਵਿੱਚ ਕੁਝ ਜ਼ਿਆਦਾ ਵਿਆਖਿਆ ਕਰਦੇ ਹਾਂ ਅਤੇ ਇਹ ਵਿਆਖਿਆ ਜਿਹੜੀ ਹੈ ਜ਼ਿਆਦਾ ਵਿਸਤਾਰ ਵਿੱਚ ਸਾਨੂੰ ਲੈ ਜਾਂਦੀ ਹੈ। ਸੋ ਆਪਾਂ ਜੇਕਰ ਤੁਸੀਂ ਇਹ ਕਿੱਸਾ ਜਾਣਨਾ ਹੈ ਤਾਂ ਇਹ ਕਿੱਸੇ ਨੂੰ ਜਾਣਨ ਲਈ ਆਪ ਜੀ ਨੇ ਇਸੇ ਚੈਨਲ ਦੇ ਉੱਪਰ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ, ਉੱਥੇ ਇਹ ਤਿੰਨੋਂ ਦੰਤ ਕਥਾਵਾਂ ਨਾਲ ਸੰਬੰਧਿਤ ਵੀਡੀਓ ਅਪਲੋਡ ਕੀਤੀ ਹੈ। ਉਸ ਨੂੰ ਜ਼ਰੂਰ ਸੁਣਨਾ ਹੈ। ਸੋ ਆਓ ਹੁਣ ਆਪਾਂ ਰਾਜਾ ਰਸਾਲੂ ਜੋ ਇਸ ਲੜੀ ਦਾ ਅਗਲਾ ਕਿੱਸਾ ਹੈ ਉਹਦੇ ਸਵਾਲਾਂ ਦੇ ਬਾਰੇ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਅਗਲੀ ਜਾਣਕਾਰੀ। ਹਾਂਜੀ, ਆਪਣੀ ਇਸ ਚਰਚਾ ਨੂੰ ਆਪਾਂ ਅੱਗੇ ਤੋਰਦੇ ਹਾਂ। ਅਗਲੀ ਜੋ ਸਾਡੀ ਦੰਤ ਕਥਾ ਹੈ ਉਹ ਹੈ ਰਾਜਾ ਰਸਾਲੂ। ਰਾਜਾ ਰਸਾਲੂ, ਜਿਵੇਂ ਅਸੀਂ ਕਹਿੰਦੇ ਹਾਂ ਕਿ ਜਦੋਂ ਸਿਆਲਕੋਟ ਦੇ ਵਿੱਚ ਪੂਰਨ ਭਗਤ ਜੀ ਆਏ, ਉਹਨਾਂ ਨੇ ਲੂਣਾ ਨੂੰ ਇੱਕ ਵਰ ਦਿੱਤਾ ਅਤੇ ਉਹਨਾਂ ਨੂੰ ਕਿਹਾ ਕਿ ਇਸ ਚਾਵਲ ਨੂੰ ਖਾਓ। ਇਸ ਚਾਵਲ ਨੂੰ ਖਾਣ ਤੋਂ ਬਾਅਦ ਤੁਹਾਡੇ ਪ੍ਰਮਾਤਮਾ ਦੇ ਘਰੋਂ ਪੁੱਤਰ ਹੋਵੇਗਾ, ਤੋਂ ਅੱਗੇ ਜਾ ਕੇ ਇੱਕ ਬੜਾ ਹੀ ਮਹਾਨ ਬਹਾਦਰ ਰਾਜਾ ਬਣੇਗਾ। ਅਤੇ ਕਹਿੰਦੇ ਹਨ ਕਿ ਉਸ ਪੂਰਨ ਭਗਤ ਦੀ ਕਥਾ ਵਿੱਚੋਂ ਜੋ ਅਗਲੀ ਕਥਾ ਬਣਦੀ ਹੈ ਉਹ ਹੈ ਰਾਜਾ ਰਸਾਲੂ। ਇਹ ਰਾਜਾ ਰਸਾਲੂ ਉਸੇ ਸਿਆਲਕੋਟ ਦੇ ਰਾਜੇ ਦਾ ਪੁੱਤਰ ਸੀ ਅਤੇ ਲੂਣਾ ਦੀ ਕੁੱਖੋਂ ਇਸ ਬਹਾਦਰ ਰਾਜਕੁਮਾਰ ਨੇ ਜਨਮ ਲਿਆ। ਇਸ ਬਾਰੇ ਆਪਾਂ ਵਿਸਤਾਰ ਦੇ ਵਿੱਚ ਇੱਕ ਕਹਾਣੀ ਇਸ ਚੈਨਲ ਦੇ ਉੱਪਰ ਅਪਲੋਡ ਪਹਿਲਾਂ ਕਰ ਚੁੱਕੇ ਹਾਂ। ਆਓ ਉਸ ਕਹਾਣੀ ਨਾਲ ਸੰਬੰਧਿਤ ਕੁਝ ਸਵਾਲਾਂ ਦੇ ਜਵਾਬ ਆਪਾਂ ਸਾਂਝੇ ਕਰਦੇ ਹਾਂ ਕਿ ਰਾਜਾ ਰਸਾਲੂ ਦੇ ਜੀਵਨ ਸੰਘਰਸ਼ ਵਿੱਚ ਕੌਣ-ਕੌਣ ਉਸ ਦੇ ਸਾਥੀ ਰਹੇ? ਉੱਤਰ ਹੈ, ਰਾਜਾ ਰਸਾਲੂ ਦੇ ਜੀਵਨ ਸੰਘਰਸ਼ ਵਿੱਚ 2 ਜਣੇ ਉਸ ਦੇ ਸਾਥੀ ਰਹੇ, ਜਿਨ੍ਹਾਂ ਵਿੱਚ ਇੱਕ ਘੋੜਾ ਸੀ ਜਿਸ ਦਾ ਨਾਂ ਫੌਲਾਦੀ ਸੀ ਅਤੇ ਦੂਸਰਾ ਤੋਤਾ। ਇਹਨਾਂ ਦੋਵਾਂ ਦਾ ਜਨਮ ਵੀ ਉਸੇ ਦਿਨ ਹੀ ਹੋਇਆ ਸੀ ਜਦੋਂ ਰਸਾਲੂ ਦਾ ਜਨਮ ਹੋਇਆ ਸੀ। ਸਵਾਲ ਨੰਬਰ 2, ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਰਸਾਲੂ ਆਜ਼ਾਦ ਤਬੀਅਤ ਦਾ ਮਾਲਕ ਸੀ? ਉੱਤਰ ਹੈ ਕਿ ਜੋਤਸ਼ੀਆਂ ਦੇ ਕਹਿਣ 'ਤੇ ਰਸਾਲੂ ਨੂੰ ਉਸ ਦੇ ਪਿਤਾ ਨੇ 12 ਸਾਲ ਭੋਰੇ ਵਿੱਚ ਰੱਖਣ ਦਾ ਪ੍ਰਬੰਧ ਕੀਤਾ, ਪਰ ਉਹ ਜਵਾਨ ਅਤੇ ਆਜ਼ਾਦ ਤਬੀਅਤ ਦਾ ਮਾਲਕ ਸੀ। ਉਹ 11ਵੇਂ ਸਾਲ ਹੀ ਭੋਰੇ ਤੋਂ ਬਾਹਰ ਆ ਗਿਆ। ਸਵਾਲ ਨੰਬਰ 3, ਰਾਜੇ ਸਲਵਾਨ ਨੇ ਰਸਾਲੂ ਨੂੰ ਦੇਸ਼ ਨਿਕਾਲਾ ਕਿਉਂ ਦੇ ਦਿੱਤਾ? ਉੱਤਰ ਹੈ ਕਿ ਰਾਜੇ ਸਲਵਾਨ ਨੂੰ ਰਸਾਲੂ 'ਤੇ ਗੁੱਸਾ ਆ ਗਿਆ। ਇੱਕ ਤਾਂ ਉਹ ਸਾਲ ਪਹਿਲਾਂ ਹੀ ਭੋਰੇ ਵਿੱਚੋਂ ਬਾਹਰ ਆ ਗਿਆ ਅਤੇ ਬਾਹਰ ਆ ਕੇ ਕੁੜੀਆਂ ਦੇ ਘੜੇ ਅਤੇ ਗਾਗਰਾਂ ਭੰਨ ਸੁੱਟਦਾ। ਉਸ ਦੀਆਂ ਸ਼ਿਕਾਇਤਾਂ ਸੁਣ ਕੇ ਉਸ ਦੇ ਪਿਤਾ ਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਸਵਾਲ ਨੰਬਰ 4, ਬਾਸਕ ਨਾਗ ਰਸਾਲੂ ਦਾ ਮਿੱਤਰ ਕਿਵੇਂ ਬਣ ਗਿਆ? ਉੱਤਰ ਹੈ ਕਿ ਦੇਸ਼ ਨਿਕਾਲੇ ਸਮੇਂ ਜਦੋਂ ਰਾਜਾ ਰਸਾਲੂ ਗੁਜਰਾਤ ਦੇ ਇਲਾਕੇ ਵਿੱਚੋਂ ਲੰਘ ਰਿਹਾ ਸੀ ਤਾਂ ਰਸਤੇ ਵਿੱਚ ਉਹਨੇ ਇੱਕ ਨਾਗ ਵੇਖਿਆ ਜਿਸ ਦੀਆਂ ਅੱਖਾਂ ਵਿੱਚ ਰੇਤ ਪਈ ਸੀ। ਰਸਾਲੂ ਨੇ ਉਸ ਦੀਆਂ ਅੱਖਾਂ 'ਚੋਂ ਰੇਤ ਕੱਢ ਦਿੱਤੀ ਅਤੇ ਉਹ ਉਸ ਦਾ ਮਿੱਤਰ ਬਣ ਗਿਆ। ਸਵਾਲ ਨੰਬਰ 5, ਰਸਾਲੂ ਨੇ ਸਰੂਪਾਂ ਦੀ ਸ਼ਰਤ ਜਿੱਤ ਕੇ ਵੀ ਉਸ ਨਾਲ ਵਿਆਹ ਕਿਉਂ ਨਾ ਕੀਤਾ? ਉੱਤਰ ਹੈ, ਰਸਾਲੂ ਨੇ ਵਿਆਹ ਦੀ ਸ਼ਰਤ ਜਿੱਤ ਕੇ ਵੀ ਸਰੂਪਾਂ ਨਾਲ
ਇਸ ਲਈ ਵਿਆਹ ਨਾ ਕੀਤਾ, ਕਿਉਂਕਿ ਉਸ ਨੂੰ ਪਤਾ ਲੱਗਾ ਕਿ ਸਰੂਪਾ ਇੱਕ ਸੁਨਿਆਰੇ ਦੇ ਮੁੰਡੇ ਨੂੰ ਪਿਆਰ ਕਰਦੀ ਹੈ ਅਤੇ ਉਸ ਨੇ ਉਸ ਦੇ ਪਿਤਾ ਨੂੰ ਕਹਿ ਕੇ ਉਸ ਦਾ ਵਿਆਹ ਸੁਨਿਆਰੇ ਦੇ ਮੁੰਡੇ ਨਾਲ ਕਰਵਾ ਦਿੱਤਾ। ਸਵਾਲ ਨੰਬਰ 6, ਰਾਜਾ ਸਿਰਕੱਪ ਕਿਹੜੀਆਂ ਕਰਤੂਤਾਂ ਕਰਕੇ ਬਦਨਾਮ ਸੀ? ਉੱਤਰ ਹੈ, ਰਾਜਾ ਸਿਰਕੱਪ ਜ਼ੁਲਮੀ ਅਤੇ ਕਪਟੀ ਰਾਜਾ ਸੀ। ਉਹ ਸਿਰਾਂ ਦੀ ਬਾਜੀ ਲਾ ਕੇ ਅਤੇ ਹੇਰਾ ਫੇਰੀ ਨਾਲ ਚੌਪੜ ਖੇਡਦਾ ਅਤੇ ਜੋ ਹਾਰ ਜਾਂਦਾ ਉਸ ਨੂੰ ਮਰਵਾ ਦਿੰਦਾ ਸੀ। ਇਸ ਸੰਬੰਧ ਵਿੱਚ ਉਸਨੇ ਆਪਣੇ ਭਰਾ ਸਿਰਮੁਖ ਦਾ ਵੀ ਲਿਹਾਜ਼ ਨਾ ਕੀਤਾ, ਇਸ ਕਰਕੇ ਉਹ ਬਦਨਾਮ ਸੀ। ਸਵਾਲ ਨੰਬਰ 7, ਰਾਜੇ ਰਸਾਲੂ ਨੇ ਰਾਜੇ ਸਿਰਕੱਪ ਨੂੰ ਕਿਵੇਂ ਹਰਾਇਆ? ਉੱਤਰ ਹੈ ਕਿ ਰਾਜੇ ਰਸਾਲੂ ਨੇ ਸਿਰਮੁਖ ਵੱਲੋਂ ਦੱਸੇ ਹੋਏ ਤਰੀਕੇ ਨਾਲ ਸਿਰਕੱਪ ਨਾਲ ਆਪਣੇ ਪਾਸੇ ਨਾਲ ਬਾਜੀ ਖੇਡੀ। ਉਹ ਉਸ ਦੀਆਂ ਸੋਹਣੀਆਂ ਤੀਵੀਆਂ ਵਾਲੀਆਂ ਚਾਲਾਂ ਵਿੱਚ ਨਾ ਆਇਆ ਅਤੇ ਉਸਨੇ ਆਪਣੇ ਕੋਲ ਇੱਕ ਬਲੂੰਗੜਾ ਵੀ ਰੱਖਿਆ ਸੀ, ਜਿਸ ਕਾਰਨ ਰਾਜਾ ਸਿਰਕੱਪ ਦਾ ਚੂਹਾ ਵੀ ਉਸ ਦੀ ਮਦਦ ਨਾ ਕਰ ਸਕਿਆ ਅਤੇ ਉਹ ਹਾਰ ਗਿਆ। ਪਿਆਰੇ ਬੱਚੋ, ਜਦੋਂ ਅਸੀਂ ਇਹ ਸਵਾਲ ਜਵਾਬ ਕਰਦੇ ਹਾਂ ਤਾਂ ਜੋ ਬੱਚਿਆਂ ਨੇ ਇਹ ਕਹਾਣੀ ਨਹੀਂ ਸੁਣੀ ਉਹਨਾਂ ਨੂੰ ਕੁਝ ਕਨਫਿਊਜ਼ਨ ਜ਼ਰੂਰ ਹੁੰਦੀ ਹੋਏਗੀ। ਇਸ ਕਹਾਣੀ ਨੂੰ ਡਿਟੇਲ ਵਿੱਚ ਜਾਣਨ ਲਈ ਤੁਸੀਂ ਚੈਨਲ 'ਤੇ ਵਿਜ਼ਿਟ ਕਰ ਸਕਦੇ ਹੋ, ਇਹ ਕਹਾਣੀ ਸੁਣ ਸਕਦੇ ਹੋ। ਸਵਾਲ ਨੰਬਰ 8, ਕੋਕਲਾਂ ਕੌਣ ਸੀ? ਉਹ ਰਾਜੇ ਰਸਾਲੂ ਦੇ ਜੀਵਨ ਵਿੱਚ ਕਿਸ ਤਰ੍ਹਾਂ ਆਈ? ਉੱਤਰ ਹੈ, ਕੋਕਲਾਂ ਰਾਜੇ ਸਿਰਕੱਪ ਦੀ ਧੀ ਸੀ। ਉਸ ਦੇ ਜਨਮ ਵੇਲੇ ਰਾਜਾ ਚੌਪੜ ਹਾਰ ਗਿਆ ਸੀ ਤਾਂ ਉਸ ਨੇ ਉਸ ਨੂੰ ਮਰਵਾਉਣ ਦਾ ਹੁਕਮ ਦਿੱਤਾ, ਪਰ ਰਸਾਲੂ ਨੇ ਕਿਹਾ ਕਿ ਇਸ ਨੂੰ ਨਾ ਮਾਰੋ। ਇਸ ਦੇ ਜਵਾਨ ਹੋਣ 'ਤੇ ਉਹ ਉਸ ਨਾਲ ਵਿਆਹ ਕਰਵਾ ਲਏਗਾ। ਸਵਾਲ ਨੰਬਰ 9, ਕੋਕਲਾਂ ਦੇ ਜੀਵਨ ਦਾ ਅੰਤ ਕਿਵੇਂ ਹੋਇਆ? ਕੋਕਲਾਂ ਅਤੇ ਰਾਜਾ ਹੁੰਡੀ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਸਨ। ਜਦੋਂ ਰਾਜੇ ਰਸਾਲੂ ਨੂੰ ਪਤਾ ਲੱਗਾ ਤਾਂ ਉਸਨੇ ਗੁੱਸੇ ਵਿੱਚ ਆ ਕੇ ਰਾਜੇ ਹੋਡੀ ਨੂੰ ਮਾਰ ਦਿੱਤਾ। ਹੋਡੀ ਦੇ ਮਰਨ ਦੀ ਖਬਰ ਸੁਣ ਕੇ ਕੋਕਲਾਂ ਵੀ ਮਹਿਲ ਤੋਂ ਛਾਲ ਮਾਰ ਕੇ ਮਰ ਗਈ। ਸਵਾਲ ਨੰਬਰ 10, ਰਾਜਾ ਰਸਾਲੂ ਦੀ ਸ਼ਖਸੀਅਤ ਦੇ ਮੁੱਖ ਗੁਣ ਕਿਹੜੇ-ਕਿਹੜੇ ਸਨ? ਉੱਤਰ ਹੈ ਕਿ ਰਾਜਾ ਰਸਾਲੂ ਸ਼ੁਰੂ ਤੋਂ ਹੀ ਆਜ਼ਾਦ ਸੁਭਾਅ ਵਾਲਾ, ਸੁੰਦਰ ਜਵਾਨ, ਪਰ ਸੁੰਦਰਤਾ ਦੀ ਖਿੱਚ ਤੋਂ ਮੁਕਤ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ, ਜ਼ਾਲਮਾਂ ਦਾ ਨਾਸ਼ ਕਰਨ ਵਾਲਾ, ਪੱਕਾ ਨਿਸ਼ਾਨੇਬਾਜ਼ ਅਤੇ ਕੁਰਬਾਨੀ ਦੀ ਭਾਵਨਾ ਵਾਲਾ ਸੀ। ਸੋ ਬੱਚਿਓ, ਇਹ ਸੁੰਦਰਤਾ ਦੀ ਖਿੱਚ ਤੋਂ ਮੁਕਤ ਇਹ ਵੀ ਇਸ ਕਿੱਸੇ ਵਿੱਚ ਇੱਕ ਘਟਨਾ ਹੈ। ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ ਇਹ ਵੀ ਇੱਕ ਕਹਾਣੀ ਦੇ ਵਿੱਚ ਘਟਨਾ ਆਉਂਦੀ ਹੈ। ਜਿਵੇਂ ਅਸੀਂ ਬਿੱਲੀ ਦੀ ਗੱਲ ਕਰਦੇ ਹਾਂ, ਜ਼ਾਲਮਾਂ ਦਾ ਨਾਸ਼ ਕਰਨ ਵਾਲਾ ਜਿਵੇਂ ਕਿ ਸਿਰਕੱਪ ਨੂੰ ਮਾਰਿਆ, ਉਹ ਵੀ ਇਸ ਘਟਨਾ ਦੇ ਵਿੱਚ ਆਉਂਦੀ ਹੈ। ਪੱਕਾ ਨਿਸ਼ਾਨੇਬਾਜ਼, ਜਦੋਂ ਉਸਨੇ ਮੱਛੀ ਦੀ ਅੱਖ ਦੇ ਵਿੱਚ ਨਿਸ਼ਾਨਾ ਲਾਇਆ, ਇਹ ਵੀ ਇੱਕ ਘਟਨਾ ਆਉਂਦੀ ਹੈ। ਕੁਰਬਾਨੀ ਦੀ ਭਾਵਨਾ ਦਾ ਭਾਵ ਜਿਵੇਂ ਉਹ ਆਪਣੀ ਮੰਗੇਤਰ ਦੇ ਕਹਿਣ 'ਤੇ ਕਿ ਉਹ ਸੁਨਿਆਰਾਂ ਦੇ ਮੁੰਡੇ ਨੂੰ ਪਿਆਰ ਕਰਦੀ ਹੈ, ਉੱਥੇ ਵੀ ਉਸ ਦੀ ਕੁਰਬਾਨੀ ਵਾਲੀ ਜਿਹੜੀ ਗੱਲ ਹੈ ਸਾਡੇ ਸਾਹਮਣੇ ਆਉਂਦੀ ਹੈ। ਸੋ ਜਿਵੇਂ ਜਿਵੇਂ ਤੁਸੀਂ ਇਸ ਕਹਾਣੀ ਨੂੰ ਪੜ੍ਹੋਗੇ, ਸਮਝੋਗੇ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਕਲੀਅਰ ਹੁੰਦੇ ਜਾਣਗੇ। ਸਵਾਲ ਨੰਬਰ 11, ਪੂਰਨ ਭਗਤ ਅਤੇ ਰਾਜਾ ਰਸਾਲੂ ਵਿੱਚ ਕਿਹੜੇ-ਕਿਹੜੇ ਗੁਣ ਸਮਾਨ ਸਨ ਅਤੇ ਕਿਹੜੇ-ਕਿਹੜੇ ਵੱਖਰੇ? ਪੂਰਨ ਅਤੇ ਰਸਾਲੂ ਦੋਵੇਂ ਸੁੰਦਰ ਅਤੇ ਜਵਾਨ ਸਨ। ਇਹ ਇੱਕ ਸਾਂਝਾ ਗੁਣ ਹੈ। ਦੋਵੇਂ ਹੀ ਸੁੰਦਰਤਾ ਜਾਂ ਲਾਲਚ ਦੀ ਖਿੱਚ ਤੋਂ ਮੁਕਤ ਸਨ। ਪੂਰਨ ਭਗਤ ਨੂੰ ਵੀ ਕੋਈ ਲਾਲਚ ਨਹੀਂ ਸੀ ਅਤੇ ਰਸਾਲੂ ਨੂੰ ਵੀ ਕੋਈ ਲਾਲਚ ਨਹੀਂ ਸੀ।
ਦੋਵੇਂ ਹੀ ਦੂਜਿਆਂ ਨੂੰ ਮਾਫ਼ ਕਰਨ ਵਾਲੇ ਸਨ, ਪਰ ਪੂਰਨ ਆਗਿਆਕਾਰੀ ਸੀ ਤੇ ਰਸਾਲੂ ਆਜ਼ਾਦ ਖਿਆਲਾਂ ਵਾਲਾ ਸੀ, ਕਿਉਂਕਿ ਉਹ 11ਵੇਂ ਸਾਲ ਹੀ ਭੋਰੇ 'ਚੋਂ ਬਾਹਰ ਆ ਗਿਆ ਸੀ। ਪੂਰਨ ਭਗਤ ਸੀ ਤੇ ਰਸਾਲੂ ਰਾਜਾ ਸੀ। ਇਹ ਦੋ ਉਹਨਾਂ ਦੇ ਵਿੱਚ ਵਖਰੇਵੇਂ ਹਨ। ਸੋ ਆਓ ਅਸੀਂ ਗੱਲ ਕਰਦੇ ਹਾਂ ਦੁੱਲੇ ਦੀ। ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ, ਕੁੜੀ ਦਾ ਸਾਲੂ ਪਾਟਾ ਹੋ, ਸਾਲੂ ਕੌਣ ਸਮੇਟੇ ਹੋ, ਦੁੱਲਾ ਭੱਟੀ ਵਾਲਾ ਹੋ। ਸੋ ਦੁੱਲਾ ਭੱਟੀ ਲੋਕ ਨਾਇਕ ਹੈ ਅਤੇ ਸਾਂਦਲਵਾਰ ਦੇ ਇਲਾਕੇ ਦੇ ਵਿੱਚ ਇਸ ਦੇ ਜੋ ਸਾਕ ਸੰਬੰਧੀ ਰਿਸ਼ਤੇਦਾਰ ਭੈਣ ਭਰਾ ਰਹਿੰਦੇ ਸਨ। ਜੋ ਸਾਂਦਲ ਹੈ ਉਹ ਬਾਹਰ ਪਾਕਿਸਤਾਨ ਦੇ ਵਿੱਚ ਅੱਜ ਵੀ ਮੌਜੂਦ ਹਨ। ਇਹ ਇਲਾਕੇ ਸਾਂਦਲ ਨਾਂ ਦਾ ਇਲਾਕਾ ਦੁੱਲੇ ਦੇ ਦਾਦਾ ਜੀ ਦੇ ਨਾਮ 'ਤੇ ਬਣਿਆ ਹੋਇਆ ਹੈ। ਸੋ ਇਹ ਪੂਰੇ ਕਿੱਸੇ ਨੂੰ ਤੁਹਾਨੂੰ ਪੜ੍ਹਾਇਆ ਗਿਆ ਹੈ ਅਤੇ ਇਸ ਚੈਨਲ ਦੇ ਉੱਪਰ ਵੀ ਪਾਇਆ ਗਿਆ ਹੈ। ਸੋ ਇਹ ਕਿੱਸੇ ਨੂੰ ਤੁਸੀਂ ਉੱਥੋਂ ਪੜ੍ਹ ਸਕਦੇ ਹੋ। ਸੋ ਆਓ ਆਪਾਂ ਇਸ ਕਿੱਸੇ ਸੰਬੰਧੀ ਕੁਝ ਸਵਾਲ ਜਵਾਬ ਨੇ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਪਹਿਲਾ ਸਵਾਲ ਹੈ ਕਿ ਦੁੱਲੇ ਦੀ ਬਾਗੀ ਤਬੀਅਤ ਹੋਣ ਵਿੱਚ ਕਿਹੜੀਆਂ ਘਟਨਾਵਾਂ ਦਾ ਹੱਥ ਸੀ? ਉੱਤਰ ਹੈ ਦੁੱਲੇ ਦੀ ਬਾਗੀ ਤਬੀਅਤ ਹੋਣ ਵਿੱਚ ਮੁਗਲ ਸਲਤਨਤ ਵੱਲੋਂ ਉਸ ਦੇ ਪਿਓ ਦਾਦੇ 'ਤੇ ਕੀਤੇ ਗਏ ਤਸ਼ੱਦਦ ਦਾ ਹੱਥ ਸੀ। ਮੁਗਲ ਹਾਕਮਾਂ ਵੱਲੋਂ ਪਿਓ ਦਾਦੇ ਦਾ ਬੇਰਹਿਮੀ ਨਾਲ ਕਤਲ ਅਤੇ ਦੁਰਗਤ ਕੀਤੀ ਗਈ ਸੀ। ਇਸ ਕਰਕੇ ਜੋ ਇਹ ਕਾਰਨ ਸਨ ਜਿਨ੍ਹਾਂ ਕਰਕੇ ਵੱਡਾ ਹੋ ਕੇ ਦੁੱਲਾ ਬਾਗੀ ਤਬੀਅਤ ਦਾ ਮਾਲਕ ਬਣ ਗਿਆ। ਸਵਾਲ ਨੰਬਰ 2, ਦੁੱਲਾ ਲੋਕਾਂ ਵਿੱਚ ਹਰਮਨ ਪਿਆਰਾ ਕਿਵੇਂ ਹੋ ਗਿਆ? ਉੱਤਰ ਹੈ ਦੁੱਲਾ ਵਪਾਰੀਆਂ ਅਤੇ ਸ਼ਾਹੀ ਕਾਫਲਿਆਂ ਤੋਂ ਧਨ ਮਾਲ ਆਦਿ ਲੁੱਟ ਲੈਂਦਾ ਸੀ ਅਤੇ ਫਿਰ ਉਹ ਧਨ ਮਾਲ ਗਰੀਬਾਂ ਅਤੇ ਲੋੜਵੰਦਾਂ ਵਿੱਚ ਵੰਡ ਦਿੰਦਾ ਸੀ। ਇਸ ਤਰ੍ਹਾਂ ਉਹ ਪਰ ਉਪਕਾਰ ਕਰਨ ਕਾਰਨ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਸੀ। ਸਵਾਲ ਨੰਬਰ 3, ਲਾਹੌਰ ਦੇ ਹਾਕਮ ਦੁੱਲੇ ਤੋਂ ਕਿਉਂ ਪਰੇਸ਼ਾਨ ਸਨ? ਉੱਤਰ ਹੈ ਲਾਹੌਰ ਦੇ ਹਾਕਮ ਦੁੱਲੇ ਤੋਂ ਇਸ ਕਰਕੇ ਪਰੇਸ਼ਾਨ ਸਨ ਕਿ ਇੱਕ ਤਾਂ ਉਹ ਸਰਕਾਰੀ ਖਜ਼ਾਨੇ ਵਿੱਚ ਮਾਮਲਾ ਨਹੀਂ ਦਿੰਦਾ ਸੀ, ਉਹ ਵੀ ਆਪਣੇ ਪਿਤਾ ਅਤੇ ਦਾਦੇ ਦੀ ਤਰ੍ਹਾਂ ਬਾਗੀ ਸੀ, ਅਤੇ ਦੂਜਾ ਉਹ ਸ਼ਾਹੀ ਕਾਫਲਿਆਂ, ਵਪਾਰੀਆਂ ਅਤੇ ਬਾਦਸ਼ਾਹਾਂ ਲਈ ਤੋਹਫੇ ਲੈ ਕੇ ਜਾਣ ਵਾਲੇ ਵਪਾਰੀਆਂ ਨੂੰ ਲੁੱਟ ਲੈਂਦਾ ਸੀ। ਉਹ ਬਾਦਸ਼ਾਹ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਸੀ ਕਰਦਾ। ਇਸ ਕਰਕੇ ਲਾਹੌਰ ਦੇ ਹਾਕਮ ਦੁੱਲੇ ਤੋਂ ਪਰੇਸ਼ਾਨ ਸਨ। ਸਵਾਲ ਨੰਬਰ 4, ਦੁੱਲੇ ਦੇ ਪਿਓ ਦਾਦੇ ਨਾਲ ਕੀ ਬੀਤੀ ਸੀ? ਉੱਤਰ ਹੈ ਦੁੱਲੇ ਦੇ ਪਿਓ ਦਾਦੇ ਨਾਲ ਬਹੁਤ ਮਾੜੀ ਬੀਤੀ ਸੀ। ਭਾਵੇਂ ਉਹ ਬਹੁਤ ਅਣਖੀਲੇ ਅਤੇ ਬਹਾਦਰ ਸਨ, ਪਰ ਮੁਗਲਾਂ ਦੀ ਈਨ ਭਾਵ ਰੋਹਬ ਨਾ ਮੰਨਣ ਕਾਰਨ ਉਹਨਾਂ ਨੂੰ ਬਾਦਸ਼ਾਹ ਨੇ ਕਤਲ ਕਰਵਾ ਦਿੱਤਾ ਸੀ ਅਤੇ ਉਹਨਾਂ ਦੀਆਂ ਖੱਲਾਂ ਵਿੱਚ ਤੂੜੀ ਆਦਿ ਭਰਵਾ ਕੇ ਲਾਹੌਰ ਦੇ ਸ਼ਾਹੀ ਦਰਵਾਜ਼ੇ 'ਤੇ ਟੰਗ ਦਿੱਤਾ ਸੀ। ਸੋ ਬੱਚਿਓ, ਇਹ ਦੁੱਲੇ ਦੇ ਪਿਓ ਦਾਦੇ ਨਾਲ ਬੀਤੀ ਹੋਈ ਹੱਡਬੀਤੀ ਹੈ। ਸੋ ਅਗਲਾ ਆਪਾਂ ਰੁਖ ਕਰਦੇ ਹਾਂ ਪ੍ਰੀਤ ਕਥਾਵਾਂ ਵੱਲ, ਕਿ ਜੋ ਪ੍ਰੀਤ ਕਥਾਵਾਂ ਨੇ, ਜਿਵੇਂ ਅਸੀਂ ਦੰਤ ਕਥਾਵਾਂ ਪੜ੍ਹੀਆਂ ਹਨ, ਸੋ ਪ੍ਰੀਤ ਕਥਾਵਾਂ ਦੇ ਵਿੱਚ ਪ੍ਰੇਮ ਭਾਵਾਂ ਨੂੰ ਅਤੇ ਪ੍ਰੇਮ ਦੇ ਵਿੱਚ ਆਈਆਂ ਹੋਈਆਂ ਕਠਿਨਾਈਆਂ ਨੂੰ ਪ੍ਰਗਟ ਕੀਤਾ ਗਿਆ ਹੈ। ਸੋ ਆਪਾਂ ਚੈਨਲ ਦੇ ਉੱਪਰ ਹੀਰ ਰਾਂਝਾ ਅਤੇ ਮਿਰਜ਼ਾ ਸਾਹਿਬਾ ਦੇ ਜੋ ਕਿੱਸੇ ਹਨ ਉਹਨਾਂ ਨੂੰ ਵੀ ਪਹਿਲਾਂ ਪੜ੍ਹ ਕੇ ਸਮਝਾਇਆ ਗਿਆ ਹੈ। ਇਹ ਜੋ ਵੀਡੀਓ ਹੈ ਇਹ ਇਹਨਾਂ ਕਿੱਸਿਆਂ ਨਾਲ ਸੰਬੰਧਿਤ ਜੋ ਸਵਾਲ ਜਵਾਬ ਨੇ ਉਹਨਾਂ ਨਾਲ ਸੰਬੰਧ ਰੱਖਦੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਪ੍ਰੀਤ ਕਥਾਵਾਂ ਦੀ ਛੋਟੀ ਜਿਹੀ ਇੰਟਰੋਡਕਸ਼ਨ ਪੜ੍ਹਦੇ ਹਾਂ ਅਤੇ ਫਿਰ ਹੀਰ ਰਾਂਝਾ ਅਤੇ ਮਿਰਜ਼ਾ ਸਾਹਿਬਾ ਕਿੱਸੇ ਨਾਲ ਸੰਬੰਧਿਤ ਸਵਾਲ ਜਵਾਬ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਆਓ ਜਾਣਦੇ ਹਾਂ ਕਿ ਪ੍ਰੀਤ ਕਥਾਵਾਂ ਭਾਵ ਪ੍ਰੇਮ ਪਿਆਰ ਦੀਆਂ ਕਹਾਣੀਆਂ ਉਹ ਕਹਾਣੀਆਂ ਜਿਨ੍ਹਾਂ ਵਿੱਚ ਪ੍ਰੀਤ ਨਾਇਕਾ ਦੀਆਂ ਪ੍ਰੇਮ ਕਹਾਣੀਆਂ ਦਾ ਜ਼ਿਕਰ ਕੀਤਾ ਗਿਆ ਹੋਵੇ ਉਹਨਾਂ ਨੂੰ ਪ੍ਰੀਤ ਕਥਾਵਾਂ ਕਿਹਾ ਜਾਂਦਾ ਹੈ। ਜਿਹੜੀਆਂ ਪ੍ਰੇਮ ਸੰਬੰਧਾਂ ਨਾਲ ਸੰਬੰਧਿਤ ਕਹਾਣੀਆਂ ਹੋਣ ਉਹਨਾਂ ਨੂੰ ਅਸੀਂ ਪ੍ਰੇਮ ਕਹਾਣੀਆਂ ਕਹਿ ਸਕਦੇ ਹਾਂ ਜਾਂ ਪ੍ਰੀਤ ਕਹਾਣੀਆਂ ਕਹਿ ਸਕਦੇ ਹਾਂ। ਇਹ ਪ੍ਰੀਤ ਕਥਾਵਾਂ
ਕਿੱਸਾ ਸਾਹਿਤ ਦਾ ਸ਼ਿੰਗਾਰ ਬਣੀਆਂ। ਜਦੋਂ ਅਸੀਂ ਸਾਹਿਤ ਦੇ ਵਿੱਚ ਕਿੱਸਿਆਂ ਦੀ ਰਚਨਾ ਕਰਦੇ ਹਾਂ ਤਾਂ ਇਹ ਕਹਾਣੀਆਂ ਹੀ ਅੱਗੇ ਜਾ ਕੇ ਫਿਰ ਕਿੱਸਿਆਂ ਦਾ ਜਿਹੜਾ ਰੂਪ ਉਹ ਧਾਰਨ ਕਰ ਗਈਆਂ। ਪੰਜਾਬੀਆਂ ਦੇ ਪ੍ਰੇਮ ਭਾਵ ਦੇ ਜਜ਼ਬੇ ਦਾ ਲੋਕ ਕਥਾਵਾਂ ਅਤੇ ਸਾਹਿਤ ਵਿੱਚ ਪ੍ਰੀਤ ਕਥਾਵਾਂ ਰਾਹੀਂ ਭਰਪੂਰ ਪ੍ਰਗਟਾਵਾ ਹੋਇਆ ਹੈ। ਜੇ ਅਸੀਂ ਕਹੀਏ ਪੰਜਾਬੀਆਂ ਦੀ ਕਹਾਣੀਆਂ ਨੂੰ ਕਥਾ ਰੂਪ ਦੇ ਵਿੱਚ ਜਦੋਂ ਅਸੀਂ ਕਿੱਸੇ ਲਿਖੇ, ਉੱਥੇ ਜਾ ਕੇ ਭਰਵਾਂ ਹੁੰਗਾਰਾ ਮਿਲਿਆ ਅਤੇ ਪਤਾ ਲੱਗਿਆ ਕਿ ਜੋ ਪੰਜਾਬੀ ਮੁੰਡੇ ਸੀ ਜਾਂ ਪੰਜਾਬੀ ਕੁੜੀਆਂ ਸੀ ਉਹ ਪ੍ਰੇਮ ਸੰਬੰਧਾਂ ਦੇ ਵਿੱਚ ਕਿੰਨੇ ਪੱਕੇ ਸਨ ਅਤੇ ਉਹਨਾਂ ਨੇ ਕਿਵੇਂ ਕਿਵੇਂ ਦੁੱਖ ਝੱਲੇ ਅਤੇ ਵਿਛੋੜੇ ਝੱਲੇ। ਸਮਾਂ ਬਦਲਣ ਨਾਲ ਇਹਨਾਂ ਵਿਚਲੇ ਨਿੱਕੇ ਨਿੱਕੇ ਵੇਰਵੇ ਬਦਲਦੇ ਹੀ ਰਹਿੰਦੇ ਹਨ ਅਤੇ ਕਥਾਵਾਂ ਵਿੱਚੋਂ ਉਸ ਵੇਲੇ ਦਾ ਸਮਾਜਿਕ ਅਤੇ ਸੱਭਿਆਚਾਰਕ ਰੰਗ ਵੀ ਉਘੜਿਆ ਹੈ। ਪੰਜਾਬੀਆਂ ਦੀਆਂ ਪ੍ਰੀਤ ਕਥਾਵਾਂ ਵਿੱਚ ਪੰਜਾਬੀਆਂ ਦੀ ਜ਼ਿੰਦਗੀ ਦਾ ਰੋਮਾਂਟਿਕ ਪੱਖ ਖੂਬ ਉਘੜ ਗਿਆ ਹੈ। ਇਹਨਾਂ ਵਿੱਚ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦੇ ਹੁਸਨ ਦੀ ਤਾਰੀਫ, ਜਜ਼ਬਿਆਂ ਦੇ ਭਾਵਾਂ ਦੀ ਤਰਜਮਾਨੀ, ਪਿਆਰ ਦੇ ਰੰਗ ਵਿੱਚ ਰੰਗੀ ਸ਼ਖਸੀਅਤ ਅਤੇ ਆਪਣੇ ਸਾਥੀ ਲਈ ਸਭ ਕੁਝ ਨਿਸ਼ਾਵਰ ਕਰਨ ਵਾਲਾ ਰੰਗ ਵੀ ਮਿਲਦਾ ਹੈ। ਸੋ ਆਓ ਅਸੀਂ ਪਹਿਲੇ ਕਿੱਸੇ ਦੇ ਪਾਤਰ ਅਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਜਾਣਦੇ ਹਾਂ ਇਹਨਾਂ ਪ੍ਰਸ਼ਨ ਉੱਤਰਾਂ ਦੇ ਮਾਧਿਅਮ ਰਾਹੀਂ। ਪਹਿਲਾ ਕਿੱਸਾ ਹੈ ਹੀਰ ਰਾਂਝੇ ਦਾ। ਪਹਿਲਾ ਸਵਾਲ ਹੈ ਕਿ ਰਾਂਝਾ ਕੌਣ ਸੀ? ਉੱਤਰ ਹੈ ਰਾਂਝਾ ਤਖਤ ਹਜ਼ਾਰੇ ਦਾ ਰਹਿਣ ਵਾਲਾ ਸੀ ਅਤੇ ਉਸ ਨੂੰ ਸਵਾਲ ਪੁੱਛਿਆ ਗਿਆ ਕਿ ਘਰ ਕਿਉਂ ਛੱਡਣਾ ਪਿਆ। ਰਾਂਝਾ ਤਖਤ ਹਜ਼ਾਰੇ ਦਾ ਰਹਿਣ ਵਾਲਾ ਸੀ। ਉਹ ਚੌਧਰੀ ਮੌਜੂ ਦਾ ਸਭ ਤੋਂ ਛੋਟਾ ਪੁੱਤਰ ਸੀ। ਪਿਓ ਦੇ ਮਰਨ ਤੋਂ ਬਾਅਦ ਭਰਾਵਾਂ ਨੇ ਜ਼ਮੀਨ ਵੰਡੀ ਅਤੇ ਸਭ ਤੋਂ ਮਾੜੀ ਜ਼ਮੀਨ ਰਾਂਝੇ ਨੂੰ ਦੇ ਦਿੱਤੀ ਅਤੇ ਨਾਲ ਹੀ ਭਾਬੀਆਂ ਨੇ ਉਸ ਨੂੰ ਸਿਆਲਾਂ ਦੀ ਹੀਰ ਵਿਆਹ ਕੇ ਲਿਆਉਣ ਦਾ ਮਿਹਣਾ ਮਾਰਿਆ ਤਾਂ ਉਸ ਨੂੰ ਘਰ ਛੱਡਣਾ ਪਿਆ। ਇਹ ਕਿਹਾ ਜਾਂਦਾ ਹੈ ਕਿ ਉਸਦੀਆਂ ਭਾਬੀਆਂ ਕਹਿੰਦੀਆਂ ਸੀ ਤੇਰੇ ਕੋਲ ਮਾੜੀ ਜ਼ਮੀਨ ਆ, ਤੂੰ ਸਾਡੇ ਨਾਲ ਰਲ ਜਾ ਅਤੇ ਜਿਵੇਂ ਅਸੀਂ ਕਹਿੰਦੇ ਹਾਂ ਤੂੰ ਉੱਦਾਂ ਦੀ ਕੁੜੀ ਨਾਲ ਵਿਆਹ ਕਰਾ ਲੈ। ਅਤੇ ਰਾਂਝੇ ਨੇ ਕਿਹਾ ਕਿ ਮੈਨੂੰ ਜ਼ਮੀਨ ਵੀ ਮਾੜੀ ਦਿੱਤੀ ਹੈ ਅਤੇ ਹੁਣ ਤੁਸੀਂ ਕੁੜੀ ਜੋ ਮੇਰੀ ਪਤਨੀ ਆ ਉਹ ਵੀ ਤੁਸੀਂ ਆਪਣੇ ਹਿਸਾਬ ਦੀ ਲੈ ਕੇ ਆਓਗੇ ਕਿ ਜਾਓ, ਮੈਂ ਤੁਹਾਡੇ ਤੋਂ ਰਿਸ਼ਤਾ ਨਹੀਂ ਲੈਂਦਾ। ਅਤੇ ਕਿਹਾ ਜਾਂਦਾ ਉਹਦੀਆਂ ਭਾਬੀਆਂ ਨੇ ਕਿਹਾ ਸੀ ਕਿ ਤੇਰੇ ਲਈ ਅਸੀਂ ਕੁੜੀ ਲੱਭ ਰਹੇ ਹਾਂ, ਦੇਖਾਂਗੇ ਜਦ ਤੂੰ ਸਿਆਲਾਂ ਦੀ ਹੀਰ ਵਿਆਹ ਕੇ ਲਿਆਵੇਂਗਾ। ਅਤੇ ਸਿਆਲਾਂ ਦੀ ਹੀਰ ਤੋਂ ਭਾਵ ਸਿਆਲਕੋਟ ਦੇ ਇਲਾਕੇ ਦੇ ਵਿੱਚ ਰਹਿੰਦੀ ਖੂਬਸੂਰਤ ਕੁੜੀ ਦੀ ਜਿਹੜੀ ਚਰਚਾ ਸੀ ਇਲਾਕੇ ਦੇ ਵਿੱਚ, ਤਾਂ ਭਾਬੀਆਂ ਨੇ ਉਹਨੂੰ ਮਿਹਣਾ ਮਾਰਿਆ ਅਤੇ ਕਿਹਾ ਜਾਂਦਾ ਕਿ ਰਾਂਝੇ ਨੇ ਕਿਹਾ ਕਿ ਮੈਂ ਹੁਣ ਸਿਆਲਾਂ ਦੀ ਹੀਰ ਹੀ ਵਿਆਹ ਕੇ ਲਿਆਵਾਂਗਾ। ਇਸ ਕਰਕੇ ਉਸ ਕੋਲ ਮਾੜੀ ਜ਼ਮੀਨ ਸੀ ਅਤੇ ਭਾਬੀਆਂ ਦੇ ਮਾਰੇ ਹੋਏ ਮਿਹਣੇ ਤਾਨਿਆਂ ਕਰਕੇ ਉਸ ਨੇ ਆਪਣਾ ਘਰ-ਬਾਰ ਛੱਡ ਦਿੱਤਾ ਸੀ। ਸਵਾਲ ਨੰਬਰ 2, ਰਾਂਝੇ ਦੀ ਹੀਰ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ? ਉੱਤਰ ਹੈ ਕਿ ਰਾਂਝੇ ਦੀ ਹੀਰ ਨਾਲ ਪਹਿਲੀ ਮੁਲਾਕਾਤ ਇੱਕ ਸਬੱਬ ਨਾਲ ਹੀ ਹੀਰ ਦੀ ਬੇੜੀ ਵਿੱਚ ਹੋਈ। ਉਹ ਹੀਰ ਦੀ ਬੇੜੀ ਵਿੱਚ ਸੌਂ ਗਿਆ। ਜਦੋਂ ਹੀਰ ਨੂੰ ਪਤਾ ਲੱਗਾ ਤਾਂ ਉਸਨੇ ਗੁੱਸੇ ਨਾਲ ਆ ਕੇ ਸ਼ਮਕਾਂ ਮਾਰੀਆਂ। ਦੋਵੇਂ ਹੀ ਇਹ ਪਹਿਲੀ ਮੁਲਾਕਾਤ ਸੀ, ਦੋਵਾਂ ਦੀ ਹੀ ਇਹ ਪਹਿਲੀ ਮੁਲਾਕਾਤ ਸੀ। ਜੇ ਅਸੀਂ ਕਹੀਏ ਕਿ ਜਦੋਂ ਉਸਨੇ ਝਨਾਹ ਦਰਿਆ ਜਿਹੜਾ ਪਾਰ ਕਰਕੇ ਉਹ ਥੱਕਿਆ ਹਾਰਿਆ ਜਦੋਂ ਘਰ ਛੱਡ ਕੇ ਗਿਆ, ਅਤੇ ਕਿਹਾ ਜਾਂਦਾ ਕਿ ਉੱਥੇ ਇੱਕ ਪਲੰਘ ਲੱਗਿਆ ਹੋਇਆ ਸੀ ਉਸ ਕਿਸ਼ਤੀ ਦੇ ਵਿੱਚ, ਅਤੇ ਥੱਕੇ ਹੋਣ ਕਰਕੇ ਰਾਂਝੇ ਨੇ ਉਸ 'ਤੇ ਲੇਟਣਾ ਚਾਹਿਆ ਅਤੇ ਉਸ ਦੀ ਅੱਖ ਲੱਗ ਗਈ। ਉਹਦੀ ਹੀਰ ਦੀਆਂ ਸਹੇਲੀਆਂ ਨੇ ਆ ਕੇ ਦੱਸਿਆ ਕਿ ਤੇਰੇ ਪਲੰਘ ਦੇ ਉੱਪਰ ਕੋਈ ਮੁਸਾਫਿਰ ਪਿਆ। ਤਾਂ ਹੀਰ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਉਹਦੇ ਸ਼ਮਕਾਂ ਮਾਰੀਆਂ ਅਤੇ ਇਹ ਜੋ ਪਹਿਲੀ ਮੁਲਾਕਾਤ ਰਾਂਝੇ ਦੀ ਹੀਰ ਨਾਲ ਇੱਥੇ ਹੁੰਦੀ ਹੈ। ਸਵਾਲ ਨੰਬਰ 3, ਹੀਰ ਨੇ ਰਾਂਝੇ ਨੂੰ ਸ਼ਮਕਾਂ ਕਿਉਂ ਮਾਰੀਆਂ? ਉੱਤਰ ਹੈ ਕਿ ਹੀਰ ਨੇ ਬਹੁਤ ਗੁੱਸੇ ਵਿੱਚ ਆ ਕੇ ਰਾਂਝੇ ਨੂੰ ਸ਼ਮਕਾਂ ਮਾਰੀਆਂ ਕਿਉਂਕਿ ਸਹੇਲੀਆਂ ਤੋਂ ਸੁਣ ਕੇ ਗੁੱਸਾ ਆ ਗਿਆ ਸੀ ਕਿ ਉਸ ਦੀ ਬੇੜੀ 'ਤੇ ਕੋਈ ਅਜਨਬੀ ਲੰਮਾ ਪਿਆ ਹੈ। ਸਵਾਲ ਨੰਬਰ 4, ਰਾਂਝਾ ਜੋਗੀ ਕਿਵੇਂ ਬਣਿਆ? ਉੱਤਰ ਹੈ ਵਿਆਹੀ ਗਈ ਹੀਰ ਨੂੰ ਉਸ ਦੇ ਸਹੁਰੇ ਘਰ ਜਾ ਕੇ ਮਿਲਣ ਲਈ ਰਾਂਝਾ ਜੋਗੀ ਬਣ ਗਿਆ ਸੀ। ਉਸਨੇ
ਬਾਲਨਾਥ ਤੋਂ ਜੋਗ ਧਾਰਨ ਕੀਤਾ ਅਤੇ ਜੋਗੀ ਬਣ ਗਿਆ। ਸਵਾਲ ਨੰਬਰ 5, ਹੀਰ ਅਤੇ ਰਾਂਝੇ ਦਾ ਮਸਲਾ ਕਾਜੀ ਕੋਲ ਕਿਉਂ ਪਹੁੰਚ ਗਿਆ? ਉੱਤਰ ਹੈ, ਜਦੋਂ ਹੀਰ ਅਤੇ ਰਾਂਝਾ ਸਹੁਰੇ ਪਿੰਡ ਤੋਂ ਭੱਜ ਆਏ ਤਾਂ ਰੰਗਪੁਰ ਖੇੜੇ ਵਾਲਿਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹ ਫੜ ਲਏ ਗਏ। ਉਹਨਾਂ ਨੇ ਇਹ ਮਸਲਾ ਕਾਜੀ ਕੋਲ ਪਹੁੰਚਾ ਦਿੱਤਾ, ਜਿਸ ਕਰਕੇ ਉਹਨਾਂ ਨੂੰ ਕਾਜੀ ਦੇ ਸਾਹਮਣੇ ਪੇਸ਼ ਹੋਣਾ ਪਿਆ। ਸਵਾਲ ਨੰਬਰ 6, ਹੀਰ ਰਾਂਝਾ ਪ੍ਰੀਤ ਕਥਾ ਦੇ ਅੰਤ ਤੇ ਪਹਿਲੀ ਰਵਾਇਤ ਕਿਹੜੀ ਹੈ? ਅੰਤ ਤੇ ਪਹਿਲੀ ਰਵਾਇਤ ਕਿਹੜੀ ਹੈ? ਕਿਹਾ ਜਾਂਦਾ ਕਿ ਹੀਰ ਰਾਂਝੇ ਦੀ ਜੋ ਕਿੱਸੇ ਦੀ ਸਮਾਪਤੀ ਹੁੰਦੀ ਹੈ 2 ਰਵਾਇਤਾਂ ਅਨੁਸਾਰ ਹੁੰਦੀ ਹੈ। ਆਓ ਪੜ੍ਹਦੇ ਹਾਂ। ਪਹਿਲੀ, ਹੀਰ ਰਾਂਝਾ ਪ੍ਰੀਤ ਕਥਾ ਦੇ ਅੰਤ 'ਤੇ ਦੱਸੀ ਗਈ ਇੱਕ ਰਵਾਇਤ ਇਹ ਹੈ ਕਿ ਕਾਜੀ ਵੱਲੋਂ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਏ ਜਾਣ ਤੋਂ ਬਾਅਦ ਉਹ ਹੀਰ ਦੇ ਮਾਪਿਆਂ ਦੀ ਸਹਿਮਤੀ ਨਾਲ ਉਹਨਾਂ ਕੋਲ ਰਹਿਣ ਲੱਗ ਪਏ। ਕਹਿਣ ਤੋਂ ਭਾਵ ਕਿ ਕਾਜੀ ਨੇ ਕਿਹਾ ਕਿ ਕੁੜੀ ਇਸ ਦੇ ਘਰੇ ਰਹਿਣਾ ਚਾਹੁੰਦੀ ਹੈ, ਰਾਂਝਾ ਇਸ ਨੂੰ ਰੱਖਣਾ ਚਾਹੁੰਦਾ ਹੈ ਕਿ ਜਾਓ ਇਹਨਾਂ ਨੂੰ ਛੱਡ ਦਿੱਤਾ ਜਾਵੇ। ਕਿਹਾ ਜਾਂਦਾ ਹੈ ਕਿ ਉਹ ਹੀਰ ਆਪਣੇ ਪਿਤਾ ਕੋਲ ਚਲੀ ਗਈ ਅਤੇ ਉਹ ਖੁਸ਼ੀ ਖੁਸ਼ੀ ਉੱਥੇ ਰਹਿਣ ਲੱਗੇ। ਇੱਕ ਕਿੱਸਾ ਤਾਂ ਇਸ ਰਵਾਇਤ ਨਾਲ ਖਤਮ ਹੁੰਦਾ ਹੈ। ਇਹ ਕਿੱਸੇ ਦੀ ਸਮਾਪਤੀ ਨਾਲ ਸੰਬੰਧਿਤ ਦੂਸਰੀ ਜੋ ਰਵਾਇਤ ਹੈ ਉਹ ਇਹ ਹੈ, ਸਵਾਲ ਨੰਬਰ 7, ਕਿ ਹੀਰ ਰਾਂਝਾ ਦੇ ਅੰਤ ਬਾਰੇ ਦੂਜੀ ਰਵਾਇਤ ਕੀ ਹੈ? ਦੂਜੀ ਰਵਾਇਤ ਇਹ ਹੈ ਕਿ ਹੀਰ ਦੇ ਮਾਪਿਆਂ ਨੇ ਰਾਂਝੇ ਨਾਲ ਧੋਖਾ ਕੀਤਾ। ਜਦੋਂ ਉੱਥੇ ਕਿਹਾ ਜਾਂਦਾ ਕਿ ਭੇਜਿਆ ਗਿਆ, ਉਹਨਾਂ ਨੇ ਧੋਖਾ ਕੀ ਕੀਤਾ? ਉਸ ਨੂੰ ਜੰਝ ਲਿਆਉਣ ਲਈ ਪਿੰਡ ਭੇਜ ਦਿੱਤਾ। ਉਹਨੂੰ ਕਹਿੰਦੇ ਭਾਈ ਜਾ ਤੂੰ ਆਪਣੇ ਪਿੰਡ ਜਾ, ਤੂੰ ਆਪਣੇ ਭੈਣ ਭਰਾਵਾਂ ਨੂੰ ਲੈ ਕੇ ਆ ਅਤੇ ਹੀਰ ਨੂੰ ਵਿਆਹ ਕੇ ਲੈ ਜਾ। ਹੀਰ ਨੂੰ ਕਿਹਾ ਕਿ ਰਾਂਝੇ ਨੂੰ ਕਿਸੇ ਨੇ ਮਾਰ ਦਿੱਤਾ। ਹੀਰ ਨੂੰ ਉਹਨਾਂ ਨੇ ਇਹ ਝੂਠ ਬੋਲਤਾ ਕਿ ਰਾਂਝੇ ਨੂੰ ਕਿਸੇ ਨੇ ਮਾਰ ਦਿੱਤਾ। ਇਹ ਸੁਣ ਕੇ ਹੀਰ ਨੇ ਜਾਨ ਦੇ ਦਿੱਤੀ ਅਤੇ ਫਿਰ ਰਾਂਝੇ ਨੇ ਵੀ। ਇਹ ਦੂਸਰੀ ਜਿਹੜੀ ਰਵਾਇਤ ਆ ਇਸ ਕਿੱਸੇ ਨਾਲ ਸੰਬੰਧਿਤ ਉਹ ਜੋੜੀ ਜਾਂਦੀ ਹੈ ਅਤੇ ਇਸ ਤਰ੍ਹਾਂ ਜਿਹੜੀ ਇਹ ਹੀਰ ਰਾਂਝੇ ਦਾ ਕਿੱਸਾ ਇੱਥੇ ਸਮਾਪਤ ਹੁੰਦਾ ਹੈ। ਇਹਦੇ ਨਾਲ ਸੰਬੰਧਿਤ ਇੱਕ ਹੋਰ ਰੀਤ ਵੀ ਸੀ ਕਿ ਜਦੋਂ ਉਹ ਇਸੇ ਦੂਸਰੀ ਜਿਹੜੀ ਰਵਾਇਤ ਆ ਉਹ ਕਿਹਾ ਜਾਂਦਾ ਕਿ ਜਦੋਂ ਉਸ ਨੂੰ ਲੈਣ ਗਿਆ ਤਾਂ ਕਿਸੇ ਨੇ ਜਦੋਂ ਦੱਸਿਆ ਹੀਰ ਨੂੰ ਕਿ ਰਾਂਝਾ ਕਿਸੇ ਨੇ ਮਾਰਤਾ, ਅਤੇ ਕਹਿੰਦੇ ਨੇ ਕਿ ਹੀਰ ਬੇਹੋਸ਼ ਹੋ ਗਈ। ਉਸ ਦੇ ਚਾਚੇ ਨੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇੱਥੇ ਇਹ ਇੱਕ ਕਿਸੇ 'ਚ ਇੱਦਾਂ ਕਹਿੰਦੇ ਨੇ। ਅਤੇ ਫਿਰ ਕਹਿੰਦੇ ਰਾਂਝੇ ਨੂੰ ਜਦੋਂ ਸੁਨੇਹਾ ਲਾਇਆ ਕਿ ਹੀਰ ਨੇ ਜ਼ਹਿਰ ਖਾ ਲਈ ਅਤੇ ਹੀਰ ਮਰ ਗਈ, ਤਾਂ ਕਿਹਾ ਜਾਂਦਾ ਕਹਿੰਦੇ ਰਾਂਝਾ ਮਰ ਗਿਆ। ਅਤੇ ਵੱਖੋ ਵੱਖਰੀਆਂ ਰਾਇਆਂ ਨੇ ਬੇਟਾ। ਇੱਕ ਕਹਾਣੀ ਦੇ ਵਿੱਚ ਇੱਦਾਂ ਵੀ ਕਿਹਾ ਜਾਂਦਾ ਹੈ ਕਿ ਜਦੋਂ ਹੀਰ ਦਾ ਵਿਆਹ ਰੱਖਿਆ ਜਾਂਦਾ ਹੈ, ਉਹ ਡੋਲੀ ਦੇ ਵਿੱਚ ਬੈਠਦੀ ਆ ਤਾਂ ਉਹ ਆਪਣੇ ਚੁੰਨੀ ਦੇ ਲੜ ਇੱਕ ਜ਼ਹਿਰ ਲੈ ਜਾਂਦੀ ਆ, ਅਤੇ ਜਦੋਂ ਉਹ ਆਪਣੇ ਸਹੁਰੇ ਪਿੰਡ ਪਹੁੰਚਦੀ ਆ, ਪਹੁੰਚਣ ਵਾਲੀ ਹੁੰਦੀ ਆ, ਅਤੇ ਉਹ ਉੱਥੇ ਡੋਲੀ ਦੇ ਵਿੱਚ ਬੈਠੀ ਜ਼ਹਿਰ ਖਾ ਲੈਂਦੀ ਆ। ਅਤੇ ਜਦੋਂ ਉਸ ਨੂੰ ਡੋਲੀ ਵਿੱਚ ਲਾਉਂਦੇ ਹਨ ਤਾਂ ਕਿਹਾ ਜਾਂਦਾ ਕਹਿੰਦੇ ਵੀ ਹੀਰ ਉਸ ਟਾਈਮ ਮਰੀ ਹੋਈ ਹੁੰਦੀ ਹੈ। ਸੋ ਹੀਰ ਰਾਂਝੇ ਦੀ ਕਹਾਣੀ ਦੇ ਵਿੱਚ ਬੇਟਾ ਵੱਖੋ ਵੱਖਰੇ ਸਮੇਂ 'ਤੇ ਵੱਖੋ ਵੱਖਰੀਆਂ ਜਿਹੜੀਆਂ ਰਵਾਇਤਾਂ ਉਹ ਸ਼ਾਮਲ ਹੁੰਦੀਆਂ ਹਨ। ਵਾਰਿਸ ਸ਼ਾਹ ਦੀ ਹੀਰ ਆਪਣਾ ਰੰਗ ਪੇਸ਼ ਕਰਦੀ ਹੈ। ਸੋ ਹੀਰ ਦਾ ਕਿੱਸਾ ਜਿਸ ਸਮੇਂ ਵਿੱਚ ਲਿਖਿਆ ਗਿਆ ਉਸ ਨਾਲ ਵੱਖੋ ਵੱਖਰੀਆਂ ਰਵਾਇਤਾਂ ਜਿਹੜੀਆਂ ਸਮੇਂ ਅਨੁਸਾਰ ਬਦਲਦੀਆਂ ਰਹੀਆਂ ਹਨ। ਪਰ ਤੁਹਾਡੇ ਪਾਠ ਪੁਸਤਕ ਦੇ ਮੁਤਾਬਕ ਜੋ 2 ਰਵਾਇਤਾਂ ਤੁਹਾਨੂੰ ਦੱਸੀਆਂ ਹਨ, ਇਹੀ ਤੁਹਾਡੇ ਸਿਲੇਬਸ ਦਾ ਹਿੱਸਾ ਹਨ। ਸੋ ਆਓ ਅਸੀਂ ਅਗਲੇ ਕਿੱਸੇ ਬਾਰੇ ਜਾਣਦੇ ਹਾਂ। ਅਗਲਾ ਕਿੱਸਾ ਹੈ ਮਿਰਜ਼ਾ ਸਾਹਿਬਾ ਦਾ। ਮਿਰਜ਼ਾ ਸਾਹਿਬਾ ਦੇ ਕਿੱਸੇ ਨੂੰ ਵੀ ਆਪਾਂ ਆਪਣੇ ਪੰਜਾਬੀ ਐਜੂਕੇਸ਼ਨ ਚੈਨਲ ਦੇ ਉੱਪਰ ਪਹਿਲਾਂ ਪਾ ਚੁੱਕੇ ਹਾਂ। ਜਿਹੜੇ ਬੱਚੇ ਇਸ ਕਿੱਸੇ ਨੂੰ ਸੁਣਨਾ ਚਾਹੁੰਦੇ ਹਨ ਉਹ ਚੈਨਲ 'ਤੇ ਆ ਕੇ ਉਸ ਕਿੱਸਿਆਂ ਵਾਲੀ ਜਿਹੜੀ ਵੀਡੀਓ ਨੂੰ ਵੇਖ ਸਕਦੇ ਹਨ। ਸੋ ਆਓ ਆਪਾਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਜਾਣਦੇ ਹਾਂ ਮਿਰਜ਼ਾ ਸਾਹਿਬਾ ਕਿੱਸੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ। ਪਹਿਲਾ ਸਵਾਲ ਹੈ ਕਿ ਸਾਹਿਬਾ ਕੌਣ ਸੀ? ਉੱਤਰ ਹੈ, ਸਾਹਿਬਾ ਖੀਵੇ ਖਾਨ ਦੀ ਧੀ ਸੀ ਜੋ ਮਾਹਣੀ ਦਾ ਸਰਦਾਰ ਸੀ। ਮਾਹਣੀ ਇਲਾਕਾ ਸੀ, ਉਸ ਦਾ ਸਰਦਾਰ ਸੀ। ਉਹ ਮਿਰਜ਼ੇ ਦੇ ਮਾਮੇ ਦੀ ਧੀ ਸੀ। ਕੌਣ? ਸਾਹਿਬਾ। ਉਹ ਮਿਰਜ਼ੇ ਦੇ ਮਾਮੇ ਦੀ ਧੀ ਸੀ ਅਤੇ ਮਿਰਜ਼ੇ ਦੀ ਪ੍ਰੇਮਿਕਾ ਸੀ ਅਤੇ ਪ੍ਰੀਤ ਕਥਾ ਦੀ ਨਾਇਕਾ ਸੀ। ਸਵਾਲ ਨੰਬਰ 2,
ਮਿਰਜ਼ੇ ਦਾ ਸਹਿਬਾ ਨਾਲ ਸੰਪਰਕ ਕਿਵੇਂ ਹੋਇਆ? ਉੱਤਰ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਮਿਰਜ਼ਾ ਨਾਨਕੇ ਚਲਾ ਗਿਆ ਅਤੇ ਉੱਥੇ ਹੀ ਉਸ ਦਾ ਸੰਪਰਕ ਮਾਮੇ ਦੀ ਧੀ ਸਾਹਿਬਾ ਨਾਲ ਹੋਇਆ। ਇੱਕੋ ਮਸੀਤ ਵਿੱਚ ਪੜ੍ਹਦਿਆਂ ਉਹਨਾਂ ਵਿੱਚ ਪ੍ਰੇਮ ਹੋ ਗਿਆ। ਸਵਾਲ ਨੰਬਰ 3, ਸਾਹਿਬਾ ਦੇ ਭਰਾਵਾਂ ਨੇ ਮਿਰਜ਼ੇ ਦਾ ਪਿੱਛਾ ਕਿਉਂ ਕੀਤਾ? ਉੱਤਰ ਹੈ ਕਿ ਸਾਹਿਬਾ ਦੇ ਭਰਾਵਾਂ ਨੇ ਮਿਰਜ਼ੇ ਦਾ ਪਿੱਛਾ ਇਸ ਲਈ ਕੀਤਾ ਕਿਉਂਕਿ ਸਾਹਿਬਾ ਦੇ ਵਿਆਹ ਵਾਲੇ ਦਿਨ ਮਿਰਜ਼ਾ ਉਹਨਾਂ ਦੀ ਭੈਣ ਨੂੰ ਭਜਾ ਕੇ ਲੈ ਗਿਆ ਸੀ। ਉਹਨਾਂ ਨੂੰ ਇਹ ਮਨਜ਼ੂਰ ਨਹੀਂ ਸੀ, ਇਸ ਕਰਕੇ ਉਹਨਾਂ ਨੇ ਮਿਰਜ਼ੇ ਦਾ ਪਿੱਛਾ ਕੀਤਾ। ਸਵਾਲ ਨੰਬਰ 4, ਮਿਰਜ਼ਾ ਕਿਵੇਂ ਮਾਰਿਆ ਗਿਆ? ਉੱਤਰ ਹੈ ਕਿ ਇੱਕ ਤਾਂ ਮਿਰਜ਼ੇ ਨੂੰ ਆਪਣੀ ਤਾਕਤ 'ਤੇ ਅੰਨਾ ਵਿਸ਼ਵਾਸ ਸੀ ਅਤੇ ਦੂਜਾ ਸਾਹਿਬਾ ਨੇ ਉਹਦੇ ਤੀਰ ਕਮਾਨ ਜੰਡ 'ਤੇ ਟੰਗ ਦਿੱਤੇ ਸਨ। ਉਹ ਨਿਹੱਥਾ ਸੀ ਅਤੇ ਮੁਕਾਬਲਾ ਨਾ ਕਰ ਸਕਿਆ ਅਤੇ ਮਾਰਿਆ ਗਿਆ। ਇੱਥੇ ਹੀ ਪਿਆਰੇ ਬੱਚੋ ਇਹ ਕਿੱਸੇ ਕਹਾਣੀਆਂ ਨਾਲ ਸੰਬੰਧਿਤ ਜੋ ਵੀਡੀਓ ਦੇ ਵਿੱਚ ਅਸੀਂ ਸਵਾਲ ਜਵਾਬ ਰੱਖੇ ਹਨ ਉਹ ਸਾਰੇ ਸਮਾਪਤ ਹੁੰਦੇ ਹਨ। ਇਹਦੇ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਪ੍ਰੀਤ ਕਥਾਵਾਂ ਅਤੇ ਦੰਤ ਕਥਾਵਾਂ ਅਤੇ ਬੁਝਾਰਤਾਂ ਜੋ ਕਿ ਆਪ ਜੀ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਉਹਨਾਂ ਨਾਲ ਸੰਬੰਧਿਤ ਸਵਾਲ ਜਵਾਬਾਂ ਨੂੰ ਹੱਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਆਸ ਕਰਦੇ ਹਾਂ ਕਿ ਜੋ ਜਗਿਆਸੂ ਵਿਦਿਆਰਥੀ ਹਨ ਉਹ ਇਹਨਾਂ ਸਵਾਲ ਜਵਾਬਾਂ ਨਾਲ ਸੰਬੰਧਿਤ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਸੁਣਨਗੇ, ਵੇਖਣਗੇ ਅਤੇ ਇਹਨਾਂ ਸਵਾਲਾਂ ਜਵਾਬਾਂ ਨੂੰ ਪੜ੍ਹਨਗੇ, ਆਪਣੀਆਂ ਨੋਟਬੁੱਕਸ ਦੇ ਵਿੱਚ ਨੋਟ ਕਰਨਗੇ ਅਤੇ ਭਵਿੱਖ ਦੇ ਵਿੱਚ ਇਹਨਾਂ ਕਿੱਸਿਆਂ, ਕਹਾਣੀਆਂ ਅਤੇ ਬੁਝਾਰਤਾਂ ਨਾਲ ਸੰਬੰਧਿਤ ਜੋ ਉਹਨਾਂ ਦੇ ਮਨ ਦੇ ਵਿੱਚ ਕੁਝ ਸਵਾਲ ਨੇ ਉਹਨਾਂ ਨੂੰ ਹੱਲ ਕਰਨ ਦੇ ਜ਼ਰੂਰ ਕਾਬਲ ਹੋਣਗੇ। ਸੋ ਇਹ ਆਪਾਂ ਜੋ ਵੀਡੀਓ ਹੈ ਉਸ ਨੂੰ ਬਹੁਤ ਲੰਮਾ ਬਣਾ ਲਿਆ ਹੈ, ਇਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੱਖੋ ਵੱਖਰੇ ਵਿਸ਼ਿਆਂ ਦੀਆਂ ਵੀਡੀਓਜ਼ ਦੇਖਣ ਲਈ, ਜਾਣਕਾਰੀ ਹਾਸਲ ਕਰਨ ਲਈ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।